ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਦਿਨ ਬੈਠੇ ਚੂਰ ਤੇ ਮਨ ਮਹਿ ਇਮ ਆਈ। ਲੱਧਾ ਸਿੱਖ ਲਹਾਰ ਮੈਂ ਤਿਹ ਵੱਡ ਵਡਿਆਈ। ਇੱਕ ਦਿਨ ਬੈਠੇ ਚੂਰ ਤੇ ਮਨ ਮਹਿ ਇਮ ਆਈ।
ਲੱਧਾ ਸਿੱਖ ਲਹਾਰ ਮੈਂ ਤਿਹ ਵੱਡ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਉਜਲੇ ਭਾਗਾਂ ਦੇ ਸਦਕਾ ਗਰੀਬ ਨਵਾਜ ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ, ਨਿਹਚਲ ਚੌਰ, ਚਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੇ ਸਾਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਨਿਹਰਾਮਤਾਂ ਦੇ ਸਾਗਰ ਚੁਵਜੀ ਪ੍ਰੀਤਮ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦੀ ਗਾਥਾ ਆਪ ਸਰਬੱਤ ਸੰਗਤਾਂ ਬਹੁਤ ਪ੍ਰੇਮ ਸ਼ਰਧਾ ਸਤਿਕਾਰ ਨਾਲ ਨਿਤਾ ਪ੍ਰਤੀ ਸ਼ਰਵਣ ਕਰ ਰਹੇ ਹੋ। ਗੁਣਾਂ ਦਾ ਖਜ਼ਾਨਾ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਵਿੱਚ ਪਾਤਸ਼ਾਹੀਆਂ ਦੀ, ਗਰੀਬ ਨਵਾਜ ਸਤਿਗੁਰਾਂ ਦੀ ਬੇਅੰਤ ਬੇਅੰਤ ਸੋਭਾ, ਸਾਲੰਕਾਰਾਂ, ਸਪਰਮਾਣਾਂ ਅਤੇ ਬੜੇ ਸੁੰਦਰ ਢੰਗ ਦੇ ਨਾਲ ਕਵੀ ਦੀਆਂ ਬੜੇ ਪ੍ਰਮਾਣ ਦੇ ਕੇ ਕੀਤੀ ਹੈ, ਜਿਸ ਦੀ ਕਥਾ ਗੁਰੂ ਦਰਬਾਰਾਂ ਅੰਦਰ ਪਿਛਲੇ ਲੰਬੇਰੇ ਸਮੇਂ ਤੋਂ ਚੱਲ ਰਹੀ, ਔਰ ਸਤਿਗੁਰਾਂ ਦੀ ਦਇਆ ਸਦਕਾ ਤੀਸਰੀ ਰਾਤ ਤੇ ਕਰੀਬ 44 ਅੰਸ਼ੂ ਇਥੋਂ ਤੀਕਰ ਕਥਾ ਹੁਣ ਤੀਕਰ ਆਪਾਂ ਸ਼ਰਵਣ ਕਰ ਚੁੱਕੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ ਕਿ ਪਰਮੇਸ਼ਰ ਤੋਂ ਬੇਮੁਖ ਹੋਣ ਦੇ ਨਾਲ ਕੀ ਹਾਲਤ ਹੁੰਦੀ ਹੈ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਦੋਂ ਸਤ ਸੰਗਤ ਜੀ ਗੁਰੂ ਦੇ ਸਨਮੁਖ ਕੋਈ ਸਿੱਖ ਮਹਾਰਾਜ ਤੋਂ ਰਹਿਮਤਾਂ ਪ੍ਰਾਪਤ ਕਰਕੇ ਮੁਨਕਰ ਹੁੰਦਾ ਹੈ ਔਰ ਆਪਦੇ ਆਪ ਨੂੰ ਵੱਡਾ ਕਹਾਉਂਦਾ ਹੈ, ਗੁਰੂ ਨੂੰ ਭੁੱਲਦਾ ਹੈ, ਵਡਿਆਈ ਦਾ ਹੰਕਾਰ ਕਰਦਾ ਹੈ ਤੇ ਗੁਰੂ ਦੇ ਵਸ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਪਰਮੇਸ਼ਰ ਨੇ ਵੱਡਿਆਂ ਵੱਡਿਆਂ ਰਾਜਿਆਂ ਨੂੰ ਘਾਹ ਵੀ ਖਵਾਇਆ ਹੋਇਆ ਤੇ ਮੰਗਣ ਵਾਲਿਆਂ ਨੂੰ ਪਾਤਸ਼ਾਹੀਆਂ ਵੀ ਬਖਸ਼ੀਆਂ ਹਨ। ਦੋ ਭਰਾ ਰਾਏ ਸੱਤਾ ਜੀ ਰਾਏ ਬਲਵੰਡ, ਜਿਨ੍ਹਾਂ ਦੀ ਕਥਾ ਆਪਾਂ ਸੁਣ ਰਹੇ ਹਾਂ, ਹੈ ਤਾਂ ਬਹੁਤ ਗਰੀਬ ਸੀ, ਕੋਈ ਸਮਾਂ ਸੀ ਘਰ ਵਿੱਚ ਰੋਟੀ ਵੀ ਨਾ ਪੱਕਦੀ ਸੀ। ਗਰੀਬ ਨਵਾਜ ਮਹਾਰਾਜ ਨੇ ਸ਼ਰਨ ਆਇਆਂ ਨੂੰ ਗਲ ਲਾਇਆ, ਕੀਰਤਨ ਕਰਨ ਦਾ ਸੁਭਾਗ ਬਖਸ਼ਿਆ, ਵਡਿਆਈਆਂ ਦਿੱਤੀਆਂ, ਸੰਗਤਾਂ ਦੇ ਵਿੱਚ ਸੋਭਾ ਹੋਈ, ਸੰਗਤਾਂ ਨੇ ਸਿਰ ਮੱਥੇ ਸਿਰ ਅੱਖਾਂ 'ਤੇ ਬਿਠਾ ਕੇ ਰੱਖਿਆ। ਪਰ ਵਡਿਆਈ ਖਾਲਸਾ ਜੀ ਬਹੁਤ ਥੋੜ੍ਹੇ ਲੋਕ ਹੈ ਜਿਨ੍ਹਾਂ ਨੂੰ ਪਚਦੀ ਹੈ। ਵਿੱਦਿਆ ਤਾਰ ਵੀ ਦਿੰਦੀ ਹੈ ਤੇ ਵਿੱਦਿਆ ਬੰਧਨਾਂ ਵਿੱਚ ਵੀ ਫਸਾ ਦਿੰਦੀ ਹੈ। ਵਿਦਵਾਨ ਲੋਕ ਵਿੱਦਿਆ ਪੜ੍ਹਨ
ਪੜ੍ਹਾਉਣ ਦਾ ਜਿਹੜਾ ਕਾਰਜ ਹੈ ਖਾਲਸਾ ਜੀ ਹੁਣ ਵੀ ਪੁਰਾਤਨ ਸੰਪਰਦਾਵਾਂ ਅੰਦਰ ਅਧਿਕਾਰੀ ਅਣਅਧਿਕਾਰੀ ਵੇਖ ਕੇ ਵਿੱਦਿਆ ਪੜ੍ਹਾਈ ਜਾਂਦੀ ਹੈ, ਕਿਉਂਕਿ ਕਹਿੰਦੇ ਆ ਵਿੱਦਿਆ ਇੱਕ ਖੂਹ ਦਾ ਜਾਲ ਹੈ ਤੇ ਖੂਹ ਦੇ ਕੰਢੇ ਤੇ ਇੱਕ ਪਾਸੇ ਨਿੰਮ ਲੱਗੀ ਹੋਵੇ, ਇੱਕ ਪਾਸੇ ਗੰਨੇ ਖੜੇ ਹੈ, ਗੰਨੇ ਦਾ ਬੂਟਾ ਲਾਓ, ਇੱਕ ਪਾਸੇ ਨਿੰਮ ਦਾ ਦਰਖਤ ਲਾਓ, ਉਹੀ ਪਾਣੀ ਨਿੰਮ ਨੂੰ ਪਈ ਜਾਂਦਾ ਹੈ, ਉਹ ਵੱਡੀ ਹੋਈ ਜਾਂਦੀ, ਉਹੀ ਪਾਣੀ ਖੂਹ ਦਾ ਗੰਨੇ ਨੂੰ ਪਈ ਜਾਂਦਾ, ਵੱਡਾ ਹੋਈ ਜਾਂਦਾ ਹੈ। ਗੰਨਾ ਤੋੜ ਕੇ ਚੂਪੋ ਮਿੱਠਾ ਹੈ ਤੇ ਨਿੰਮ ਕੌੜੀ, ਪਲੇ ਦੋਵੇਂ ਇੱਕੋ ਪਾਣੀ ਨਾਲ ਹੈ। ਜਿਹੜੀ ਸਾਧ ਸੰਗਤ ਦੀ ਵਿੱਦਿਆ ਹੈ ਉਹ ਜੇ ਤਾਂ ਅਧਿਕਾਰੀ ਪੜ੍ਹ ਲੈਂਦਾ ਹੈ, ਉਹ ਆਪਦਾ ਹੰਕਾਰ ਨਾਸ਼ ਕਰ ਲੈਂਦਾ। ਮੂਰਖ ਨੂੰ ਪੜ੍ਹਾ ਦਿਓ, ਅਣਅਧਿਕਾਰੀ ਨੂੰ ਪੜ੍ਹਾ ਦਿਓ ਤੇ ਵਿੱਦਿਆ ਦੇ ਨਾਲ ਉਹ ਹੰਕਾਰ ਨਿਵਾਸ ਸਿਹਾਰੀ ਦਾ ਫਰਕ ਆ ਇਕੱਲਾ। ਵਾਹਵਾ ਅੱਗੇ ਆ ਗਿਆ ਤੇ ਵਿਨਾਸ਼ ਹੰਕਾਰ ਦਾ, ਤੇ ਨੰਨਾ ਅੱਗੇ ਆ ਗਿਆ ਤੇ ਨਿਵਾਸ। ਮੂਰਖ ਦੇ ਅਣਅਧਿਕਾਰੀ ਦੇ ਅੰਦਰ ਵਿੱਦਿਆ ਪੜ੍ਹ ਕੇ ਹੰਕਾਰ ਨਿਵਾਸ ਕਰਦਾ ਹੈ ਤੇ ਅਧਿਕਾਰੀ ਵਿੱਦਿਆ ਦੇ ਨਾਲ ਆਪਦਾ ਹੰਕਾਰ ਮਾਰ ਲੈਂਦੇ ਹੈ। ਜਿਵੇਂ ਉਹ ਸੱਪ ਹੁੰਦਾ ਮਣੀ ਵਾਲਾ, ਇੱਕ ਕਹਿੰਦੇ ਉਹ ਸੱਪ ਹੈ ਜਿਹਦੇ ਕੋਲ ਮਣੀ ਹੈ, ਮਣੀ ਕੱਢ ਕੇ ਪੁੰਨਿਆਂ ਦੀ ਰਾਤ ਚੰਦਰਮਾ ਦੀ ਰੋਸ਼ਨੀ 'ਚ ਰੱਖਦਾ ਹੈ। ਚੰਦਰਮਾ ਦੀਆਂ ਕਿਰਨਾਂ ਦੇ ਨਾਲ ਮਣੀ 'ਤੇ ਪੈਣ ਕਾਰਨ ਉਹਦੇ 'ਚੋਂ ਅੰਮ੍ਰਿਤ ਰਿਸਦਾ ਹੈ। ਅੰਮ੍ਰਿਤ 'ਤੇ ਕੀੜੇ ਆਉਂਦੇ ਆ, ਉਹ ਕੀੜੇ ਖਾਈ ਜਾਂਦਾ, ਆਪਦੀ ਭੁੱਖ ਮਾਰਦਾ। ਮਣੀ ਨੂੰ ਪੇਟ ਖਾਤਰ ਵਰਤਦਾ। ਇੱਕ ਉਹ ਸੱਪ ਹੈ ਜਿਹਦੇ ਕੋਲ ਮਣੀ ਹੈ ਤੇ ਮਣੀ ਨੂੰ ਚੰਦਰਮਾ ਦੇ ਪ੍ਰਕਾਸ਼ ਵਿੱਚ ਜਦੋਂ ਰੱਖਦਾ ਹੈ, ਚੰਦਰਮਾ ਦੀਆਂ ਕਿਰਨਾਂ ਕਾਰਨ ਬਹੁਤ ਲਿਸ਼ਕਾਂ ਮਾਰਦੀ ਹੈ ਤੇ ਇਹਨੂੰ ਹੰਕਾਰ ਆ ਜਾਂਦਾ ਵੀ ਮੇਰੇ ਪਾਸ ਮਣੀ ਹੈ। ਫਿਰ ਹਾਫਰਿਆ ਹੋਇਆ ਉਲਟੇ ਸਿੱਧੇ ਲੇਟੇ ਮਾਰਦਾ ਹੈ, ਉਹ ਮਣੀ 'ਤੇ ਰੇਤਾ ਪੈ ਜਾਂਦਾ ਹੈ, ਜਗਨੋਂ ਹਟ ਜਾਂਦੀ, ਰਾਤ ਕਾਰਨ ਮਣੀ ਗਵਾ ਲੈਂਦਾ। ਹੰਕਾਰੀ ਲੋਕ ਸਾਧ ਸੰਗਤ ਦੀ ਇਸ ਤਰ੍ਹਾਂ ਵਿੱਦਿਆ ਗਵਾ ਬਹਿੰਦੇ ਹੈ। ਵਿੱਦਿਆ ਮਣੀ ਹੈ। ਇੱਕ ਉਹ ਸੱਪ ਹੈ ਜਿਹਦੇ ਪਾਸ ਮਣੀ ਹੈ, ਉਹ ਮਣੀ ਨੂੰ ਰੱਖਦਾ ਹੈ ਚੰਦਰਮਾ ਦੀ ਚਾਨਣੀ ਦੇ ਅੰਦਰ। ਜਦੋਂ ਲਿਸ਼ਕੋਰ ਪੈਂਦੀ ਹੈ, ਅੰਮ੍ਰਿਤ ਰਿਸਦਾ, ਉਹ ਅੰਮ੍ਰਿਤ ਨੂੰ ਚੱਟ ਕੇ ਆਪਦੀ ਜ਼ਹਿਰ ਮਾਰਦਾ। ਜਿਹੜੇ ਕੋ ਅਧਿਕਾਰੀ ਲੋਕ ਹੈ ਉਹ ਵਿੱਦਿਆ ਦੇ ਨਾਲ ਆਪਦਾ ਮਨ ਸਮਝਾਉਂਦੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰਦੇ ਹੈ। ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀ ਹੈ ਗਿਆਨ, ਮਨ ਨੂੰ ਸਮਝਾਉਂਦੇ ਹੈ। ਉਹ ਸੱਪ ਜਿਵੇਂ ਮਣੀ ਦੇ ਅੰਮ੍ਰਿਤ ਚੱਟ ਕੇ ਆਪਦੀ ਜ਼ਹਿਰ ਮਾਰਦਾ ਹੈ। ਇਸ ਤਰ੍ਹਾਂ ਕੁਝ ਲੋਕ ਸਾਧ ਸੰਗਤ ਕੀੜੇ ਖਾਣੇ ਸੱਪ ਵਾਂਗੂ ਵਿੱਦਿਆ ਨੂੰ ਕੇਵਲ ਮਾਇਆ ਤੱਕ ਸੀਮਿਤ ਰੱਖਦੇ ਆ, ਵੀ ਚਲੋ ਵਿੱਦਿਆ ਬਹੁਤ ਪੜ੍ਹੇ ਹੈ, ਪਰ ਉਹਦੇ ਵਾਸਤੇ ਉਹ ਮਾਇਆ ਲੈਂਦੇ ਆ। ਪੜ੍ਹਾਉਣ ਦੀ ਵੀ ਮਾਇਆ ਆ। ਹੁਣ ਵੀ ਨਾ ਬੜੇ ਆ ਕਾਂਸੀ ਬਨਾਰਸ ਵਿੱਚ ਪੜ੍ਹੇ ਵਿਦਵਾਨ ਪੰਡਤ ਪੜ੍ਹੇ ਹੋਏ ਹਰਿਦੁਆਰ, ਅਤੇ ਉਹਨਾਂ ਤੋਂ ਜੇ ਕੋਈ ਵੇਦਾਂਤ ਦਾ ਗ੍ਰੰਥ ਪੜ੍ਹਨਾ ਹੈ, ਉਹ ਸਿੱਧਾ ਹਿਸਾਬ ਹੈ ਵੀ ਗ੍ਰੰਥ ਪੜ੍ਹਾ ਦਿਆਂਗੇ, ਆਓ ਤੁਹਾਡੇ ਕੋਲ ਵੀ ਆ ਜਾਂਦੇ ਹਾਂ, ਕਮਰਾ ਲਵਾਂਗੇ, ਰੋਟੀ ਪਾਣੀ ਦਾ ਸਾਡਾ ਕੋਈ ਸਤੋਗੁਣੀ ਜਿਹਾ ਪ੍ਰਬੰਧ ਕਰ ਦਿਓ, ਅਤੇ ਸਿੱਧਾ ਜਿਹਾ ਹਿਸਾਬ ਆ। ਕੋਈ ਵਿਚਾਰ ਸਾਗਰ, ਅਧਿਆਤਮ ਪ੍ਰਕਾਸ਼, ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਹੋਰ ਕੋਈ ਇਹੋ ਜਿਹੇ ਜਿਹੜੇ ਗ੍ਰੰਥ ਹੈ ਮਹਿੰਗੇ, ਉਹ ਪੜ੍ਹਾ ਦਿੰਦੇ ਹਾਂ। 10,000 ਰੁਪਏ ਇੱਕ ਗ੍ਰੰਥ ਦਾ ਲਵਾਂਗੇ ਅਤੇ ਪੂਰੀ ਸਮਝ ਪਾ ਕੇ ਤੁਹਾਨੂੰ ਗ੍ਰੰਥ ਕੋ ਮਹੀਨੇ ਸਵਾ ਮਹੀਨੇ ਵਿੱਚ ਪੜ੍ਹਾ ਜਾਵਾਂਗੇ। ਤੁਹਾਡੇ ਤੁਹਾਨੂੰ ਪੜ੍ਹਾ ਕੇ ਇੱਥੋਂ ਕਿਸੇ ਹੋਰ ਪਾਸ ਚਲੇ ਜਾਣਗੇ, ਵੀ ਸਾਰੀ ਉਮਰ ਬਸ ਉਹ ਵਿੱਦਿਆ ਦੀ ਕਮਾਈ ਖਾਈ ਜਾਣੀ ਹੈ ਅਤੇ ਜੀਵਨ ਸੌਖਾ ਬਤੀਤ ਕਰਦੇ। ਪੜ੍ਹੇ ਇਸ ਵਾਸਤੇ ਹੈ ਵੀ ਮਾਇਆ ਕਮਾਈ ਜਾ ਸਕੇ। ਕੋਈ ਗੁਰਮੁਖ ਐਸੇ ਵੀ ਆ, ਉਹ ਵਿੱਦਿਆ ਪੜ੍ਹੇ ਹੈ, ਨਾਲੇ ਆਪ ਪੜ੍ਹੇ ਹੈ, ਫਿਰ ਦੂਜਿਆਂ ਨੂੰ ਪੜ੍ਹਾਉਣਗੇ।
ਵੀ ਤਾਂ ਕਿ ਗੁਰਮਤਿ ਦਾ ਪ੍ਰਚਾਰ ਹੋਵੇ, ਸਭ ਦਾ ਭਲਾ ਹੋਵੇ। ਜਿਵੇਂ ਸਾਨੂੰ ਇਸ ਵਿੱਦਿਆ ਨੇ ਸੌਖੇ ਕੀਤਾ ਹੈ, ਹੋਰਾਂ ਨੂੰ ਵੀ ਸੌਖਾ ਕਰੇਗੀ। ਤਨ ਪਰਉਪਕਾਰ ਲਓ ਹੀ ਭਾਈਅਤ ਹੈ। ਉਹਨਾਂ ਨੂੰ ਸਰੀਰ ਆਪਦਾ ਪਰਉਪਕਾਰ ਵਾਸਤੇ ਹੀ ਚੰਗਾ ਲੱਗਦਾ, ਪਰਉਪਕਾਰ ਕਰਦਾ। ਰਹੋ ਵਿਚਾਰ ਇਸ ਤਰ੍ਹਾਂ ਵਡਿਆਈ ਬਹੁਤ ਮਿਲੀ ਰਾਏ ਸੱਤਾ ਰਾਏ ਬਲਵੰਡ ਜੀ ਨੂੰ, ਪਰ ਹੰਕਾਰ ਗਏ। ਭੁਲੇਖਾ ਪੈ ਜਾਂਦਾ ਕਈ ਵਾਰ ਵੀ ਸ਼ਾਇਦ ਸਾਰਾ ਕੁਝ ਕਰਨ ਵਾਲੇ ਅਸੀਂ ਹਾਂ। ਜਿਹੜੀ ਸਾਧ ਸੰਗਤ ਦੀ ਕੰਧ ਦੀ ਉੱਪਰਲੀ ਇੱਟ ਹੁੰਦੀ ਹੈ, ਉਹਨੂੰ ਆਪ ਤੋਂ ਹੇਠਲੇ ਵਾਰ ਵਾਲੀਆਂ ਸਾਰੀਆਂ ਇੱਟਾਂ ਹੀ ਐਵੇਂ ਲੱਗਦੀਆਂ ਵੀ ਇਹ ਤਾਂ ਬੇਫਾਲਤੂ ਹੈ, ਇਹਨਾਂ ਦੀ ਕੀ ਲੋੜ ਹੈ। ਜਿਵੇਂ ਕੋਠੇ 'ਤੇ ਚੜ੍ਹੇ ਹੋਏ ਮਨੁੱਖ ਨੂੰ ਪੌੜੀ ਬੇਫਲ ਲੱਗਦੀ ਹੈ, ਪਰ ਉਹ ਉੱਪਰਲੀ ਇੱਟ ਇਹ ਨਹੀਂ ਜਾਣਦੀ ਵੀ ਹੇਠਲੀ ਇੱਟ ਦੇ ਸਿਰ 'ਤੇ ਹੀ ਮੈਂ ਖੜੀ ਹਾਂ, ਚਾਹੇ ਉਹ ਇੱਟ ਨੀਵੀਂ ਹੈ। ਹੁਣ ਸੱਚੇ ਪਾਤਸ਼ਾਹ ਮਹਾਰਾਜ ਦੇ ਅੰਦਰ ਨਿਮਰਤਾ ਭਾਵ ਹੈ, ਪਰ ਇਹ ਰਾਏ ਸੱਤਾ ਰਾਏ ਬਲਵੰਡ ਜੀ ਜਾਣਦੇ ਆ ਵੀ ਖਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਡੀ ਕਿੰਨੀ ਕੁ ਲੋੜ ਹੈ। ਰੁੱਸਿਆਂ ਨੂੰ ਮਹਾਰਾਜ ਘਰੇ ਮਨਾਉਣ ਗਏ, ਮੰਜਾ ਨਾ ਛੱਡਿਆ, ਗਰੀਬ ਨਵਾਜ ਦਾ ਨਿਰਾਦਰ ਕੀਤਾ। ਪਹਿਲਾਂ ਤਾਂ ਲੱਗੇ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਤੁਹਾਡੇ ਕੋਲ ਆ ਕੇ ਹੁਣ ਤੀਕਰ ਅਸੀਂ ਖੱਟਿਆ ਕੀ ਹੈ, ਸਾਨੂੰ ਮਿਲਿਆ ਹੀ ਕੁਝ ਨਹੀਂ, ਭੁੱਖੇ ਮਰੇ ਹਾਂ। ਭੈਣ ਦੇ ਵਿਆਹ ਵਾਸਤੇ ਮਾਇਆ ਮੰਗੀ, ਉਹ ਵੀ ਨਾ ਤੁਸਾਂ ਦਿੱਤੀ। ਸੰਗਤ ਨੂੰ ਤੁਸਾਂ ਰੋਕਿਆ ਵੀ ਇਹਨਾਂ ਨੂੰ ਮੱਥਾ ਨਾ ਟੇਕੋ। ਇਸ ਤਰ੍ਹਾਂ ਦੀਆਂ ਜੋ ਮੂੰਹ ਵਿੱਚ ਆਇਆ ਬਹੁਤ ਸਮਾਂ ਬਕਦੇ ਰਹੇ। ਫਿਰ ਸਾਧ ਸੰਗਤ ਜੀ ਉਹ ਫਿਰ ਬੋਲਦੇ ਬੋਲਤ ਬੜ੍ਹ ਬਿਕਾਰਾ ਵਾਲੀ ਗੱਲ ਹੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਬਾਬਤ ਬੋਲੇ, ਕਹਿੰਦੇ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਨੂੰ ਕੌਣ ਜਾਣਦਾ ਸੀ, ਸਾਡੇ ਮਰਦਾਨਾ ਨੇ ਕੀਰਤਨ ਕੀਤਾ ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੋਕ ਜਾਣਨ ਲੱਗੇ ਹੈ। ਜਦੋਂ ਐਸੇ ਬਚਨ ਕਹੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਾਂ ਬਹੁਤ ਰਿਸ ਕੀਤਾ। ਤੁਰ ਪਏ ਇਹਨਾਂ ਦੇ ਘਰ ਤੋਂ ਮੁੱਖ ਫੇਰ ਕੇ, ਜਾਂਦੇ ਹੋਏ ਬਚਨ ਕਰ ਗਏ ਵੀ ਇਹ ਫਿੱਟ ਗਏ ਹੈ ਗੁਰੂ ਕੇ ਟੁਕੜਿਆਂ 'ਤੇ ਮਾਇਆ 'ਤੇ ਪਲ ਕੇ, ਇਹਨਾਂ ਨੂੰ ਹੰਕਾਰ ਹੋ ਗਿਆ, ਵਿੱਦਿਆ ਦਾ ਆਫਰ ਗਏ ਹੈ। ਗਰੀਬ ਨਵਾਜ ਕਹਿੰਦੇ ਇਹੀ ਹੰਕਾਰ ਤੁਹਾਨੂੰ ਸੱਤੇ ਬਲਵੰਡੇ ਲੈ ਪਵੇਗਾ, ਜਿਹੜੀ ਰਸਨਾ ਨਾਲ ਸਤਿਗੁਰਾਂ ਦੀ ਨਿੰਦਾ ਕਰਦੇ ਹੋ, ਕੀੜੇ ਪੈਣੇ ਦੇ ਵਿੱਚ। ਕਹਿ ਕੇ ਮਹਾਰਾਜ ਚਲੇ ਗਏ। ਜਾਂਦਿਆਂ ਨੂੰ ਸਾਧ ਸੰਗਤ ਦੀ ਪਟਨੇ ਦੀ ਸੰਗਤ ਆਈ ਹੋਈ। ਉਹਨਾਂ ਪੁੱਛਿਆ ਮਹਾਰਾਜ ਜੀ ਰਾਏ ਬਲਵੰਡ ਰਾਏ ਸੱਤਾ ਜੀ ਨਹੀਂ ਦਿਸਦੇ ਕਿਤੇ। ਉਹਨਾਂ ਦੇ ਬਹਾਨੇ ਨਾਲ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸੁਣਾ ਦਿੱਤਾ ਵੀ ਜਿਹੜਾ ਰਾਏ ਸੱਤਾ ਰਾਏ ਬਲਵੰਡ ਦੀ ਸਿਫਾਰਿਸ਼ ਕਰੇਗਾ, ਹੰਕਾਰੇ ਹੋਏ ਜਿਹੜੇ ਗੁਰੂ ਪਾਤਸ਼ਾਹ ਦੀ ਨਿੰਦਾ ਕਰਦੇ ਹੈ, ਉਹਦਾ ਮੂੰਹ ਕਾਲਾ ਕਰਕੇ ਗਧੇ 'ਤੇ ਚੜਾਵਾਂਗੇ ਅਸੀਂ। ਭਾਵ ਵੀ ਉਹਨਾਂ ਦਾ ਸਾਡੇ ਨਾਲ ਕੋਈ ਮੇਲ ਵੀ ਨਾ ਕਰਾ ਸਕੇ, ਵਿੱਚ ਨਾ ਕੋਈ ਕਰ ਸਕੇ, ਕਿਸ ਥੈ ਰੋਵ ਹੈ ਰੋਜ਼, ਵੀ ਵਿਚੋਲਾ ਨਾ ਬਣੇ ਉਹਨਾਂ ਦਾ ਕੋਈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਦੇ ਕਰੜੇ ਬਚਨ ਹੋਏ। ਸਿੱਖਾਂ ਨੂੰ ਮਹਾਰਾਜ ਨੇ ਉਸ ਦਿਨ ਫਿਰ ਕੀਰਤਨ ਦੀਆਂ ਦਾਤਾਂ ਬਖਸ਼ੀਆਂ ਵੀ ਸਿੱਖ ਹੀ ਹੁਣ ਅੱਜ ਤੋਂ ਕੀਰਤਨ ਕਰਿਆ ਕਰਨਗੇ, ਘਰ ਘਰ ਅੰਦਰ ਤੁਹਾਡੀ ਵਿੱਦਿਆ ਹੋਵੇਗੀ, ਆਨੰਦ ਮਾਣਿਆ ਕਰੋਗੇ, ਕੋਈ ਲੋੜ ਨਹੀਂ ਇਹ ਮੰਗਿਆ ਕਰਨਗੇ ਘਰਾਂ 'ਚੋਂ। ਅੱਜ ਸੱਦੇ ਨਹੀਂ ਆਉਂਦੇ ਅਤੇ ਸਿੱਖਾਂ ਦੇ ਘਰਾਂ ਵਿੱਚ ਬਿਨਾਂ ਸੱਦੇ ਤੋਂ ਆਪਦੇ ਸ਼ਬਦ ਲੈ ਲੈ ਕੇ ਤੁਰਿਆ ਫਿਰਨਗੇ। ਹੁਣ ਪ੍ਰਤੱਖ ਹੀ ਹੈ ਕੀ ਹਾਲਤ ਹੋ ਰਹੀ ਹੈ ਵੀ ਐਡਾ ਸਤਿਕਾਰ ਮਹਾਰਾਜ ਨੇ ਦਿੱਤਾ, ਪਰ ਉਹ ਰਾਸ ਨਾ ਆਇਆ। ਫਿਰ ਇਹ ਸਾਧ ਸੰਗਤ ਜਦੋਂ ਕੋਹੜੀ ਹੋਏ ਫਿਰ ਕਰਲਾਉਂਦੇ ਹੈ, ਮਹਾਰਾਜ ਦਾ ਬਚਨ ਪੂਰਾ ਹੋਇਆ। ਸਿੱਖਾਂ ਦੇ ਘਰਾਂ ਵਿੱਚ ਮੰਗਣ ਜਾਂਦੇ, ਗਰੀਬੀ ਆਈ ਤੋਂ ਇਹਨਾਂ ਦੇ ਠੂਠੇ ਵਿੱਚ ਕੋਈ ਖਾਣ ਨੂੰ ਰੋਟੀ ਟੁੱਕ ਵੀ ਨਹੀਂ ਦਿੰਦਾ, ਕਿਉਂਕਿ ਮੱਥੇ ਲੱਗਣਾ ਹਰਾਮ ਸਮਝਦੇ ਹੈ। ਮਹਾਰਾਜ ਦੇ ਬਚਨ ਸੰਗਤ ਨੇ ਪਾਲੇ। ਅੰਮ੍ਰਿਤਸਰ ਸਾਹਿਬ ਦੀ ਸਾਰੀ ਸੰਗਤ ਨੇ ਮੂੰਹ ਮੋੜਿਆ। ਬਾਹਰ ਜਾਂਦੇ ਪਾਸੇ ਆਸੇ ਲਾਗੇ ਪਿੰਡਾਂ ਵਿੱਚ ਕੋਈ ਇਹਨਾਂ ਨੂੰ ਮੱਥੇ ਨਹੀਂ ਲਾਉਂਦਾ। ਇਹੋ ਜਿਹੀ ਹਾਲਤ ਵੇਖ ਕੇ ਬੜੇ ਦੁਖੀ ਹੋਏ। ਫਿਰ ਗਿਆਨ ਹੋਇਆ ਵੀ ਸਾਡਾ ਵਜੂਦ ਕੇਵਲ ਅਤੇ ਕੇਵਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿਰ 'ਤੇ ਹੱਥ ਕਰਕੇ ਸੀ। ਅਜੇ ਉਹਨਾਂ ਮਾੜਾ ਜਿਹਾ ਹੱਥ ਪਾਸੇ ਕੀਤਾ ਅਤੇ ਸਾਨੂੰ ਲਾਹਣਤਾਂ ਪੈਂਦੀਆਂ।
ਕੁੱਤਿਆਂ ਵਾਂਗੂ ਦੁਰਾਕਾਰ ਪੈਂਦੀ ਆ, ਜਿਹਦੇ ਘਰ ਵੜਦੇ ਆ ਤੋਏ ਤੋਏ ਕਰਕੇ ਪੈ ਜਾਂਦਾ ਹੈ ਸਾਡੇ ਮਗਰ ਡਾਂਗ ਚੁੱਕ ਕੇ। ਇਸ ਤਰ੍ਹਾਂ ਖਾਲਸਾ ਜੀ ਇਹ ਬੜਾ ਸਮਾਂ ਰੁਲਦੇ ਫਿਰੇ। ਜਦੋਂ ਅੱਖਾਂ ਖੁੱਲ੍ਹੀਆਂ ਫਿਰ ਯਾਦ ਆਇਆ ਵੀ ਮਨਾ ਬਖਸ਼ਣਯੋਗ ਮਹਾਰਾਜ ਬਖਸ਼ ਲੈਣਗੇ, ਪਰ ਬਖਸ਼ਾਉਣ ਵਾਲਾ ਲੱਭੀਏ ਵਿੱਚ ਕੋਈ। ਜੇ ਕਿਸੇ ਸਿੱਖ ਨੂੰ ਕਹਿੰਦੇ ਸਾਨੂੰ ਬਖਸ਼ਾਓ, ਉਹ ਪੱਲਾ ਝਾੜ ਦਿੰਦੇ, ਕਹਿੰਦੇ ਨਾ ਭਾਈ, ਕੌਣ ਮੂੰਹ ਕਾਲਾ ਕਰਾਵੇ, ਅਸੀਂ ਮਹਾਰਾਜ ਦੀ ਕਰੋਪੀ ਕਿਉਂ ਸੇੜੀਏ, ਜੋ ਕੀਤਾ ਉਹਨੂੰ ਪਾਉਣਾ ਪਊ ਹੁਣ ਤੁਹਾਨੂੰ। ਫਿਰ ਸਾਧ ਸੰਗਤ ਜੀ ਇਹਨਾਂ ਨੂੰ ਯਾਦ ਆਇਆ ਸੀ ਭਾਈ ਲੱਧਾ ਜੀ ਬਾਬਤ। ਇੱਥੋਂ ਫਿਰ ਇਹ ਲਾਹੌਰ ਗਏ, ਉੱਥੇ ਭਾਈ ਲੱਧਾ ਜੀ ਦੀਆਂ ਬੇਨਤੀਆਂ ਮਿੰਨਤਾਂ ਕਰਕੇ ਇਹਨਾਂ ਨੇ ਉਹਨਾਂ ਨੂੰ ਮਨਾਇਆ। ਫਿਰ ਜਿਵੇਂ ਭਾਈ ਲੱਧਾ ਜੀ ਪਰਉਪਕਾਰੀ ਜੀਆਂ ਆਪਦਾ ਪਰਉਪਕਾਰ ਵਾਲਾ ਸੁਭਾਅ ਸਮਝਦਿਆਂ ਹੋਇਆਂ ਸਤਿਗੁਰਾਂ ਨਾਲ ਇਹਨਾਂ ਦਾ ਮੇਲ ਕਰਾਇਆ, ਇਹਨਾਂ ਨੂੰ ਬਖਸ਼ਾਇਆ। ਉਹ ਸਾਰੀ ਕਥਾ ਜਾਵੇਗੀ, ਚਿੱਤ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੈਠੇ ਝੂਰ ਤੇ। ਇਸ ਤਰ੍ਹਾਂ ਜਦੋਂ ਸਾਰਿਆਂ ਨੇ ਖਾਲਸਾ ਜੀ ਮੂੰਹ ਮੋੜ ਲਿਆ, ਕੋਈ ਘਰ ਵਿੱਚ ਵੜਨ ਨਹੀਂ ਦਿੰਦਾ, ਦਰ ਮੰਗਣ ਭਿੱਖ ਨਾ ਪਾਏਂਦਾ ਵਾਲੀ ਹਾਲਤ ਹੋਈ। ਘਰ ਵਿੱਚ ਬੈਠੇ ਹੋਏ ਬੜਾ ਝੂਰਦੇ ਹਨ, ਬਹੁਤ ਦੁਖੀ ਹੋ ਰਹੇ ਐ। ਮਨ ਮਹਿ ਇਮ ਆਈ। ਇਹਨਾਂ ਦੋ ਭਾਈਆਂ ਦੇ ਮਨ ਵਿੱਚ ਫਿਰ ਕਿਤੇ ਇਸ ਤਰ੍ਹਾਂ ਹੀ ਕੋਈ ਖਿਆਲ ਚੱਲਦਿਆਂ ਗੱਲਾਂ ਚੋਂ ਗੱਲ ਯਾਦ ਆਈ ਹੈ। ਲੱਧਾ ਸਿੱਖ ਲਾਹੌਰ ਮੈਂ। ਕਹਿੰਦੇ ਇੱਕ ਲੱਧਾ ਸਿੱਖ ਹੈ ਲਾਹੌਰ ਦੇ ਅੰਦਰ, ਦੇਹ ਵੱਡ ਵਡਿਆਈ। ਉਹਦੀ ਬੜੀ ਵਡਿਆਈ ਸੁਣੀਦੀ ਹੈ ਵੀ ਬੜਾ ਪਰਉਪਕਾਰ ਕਰਨ ਵਾਲਾ ਭਾਈ ਲੱਧਾ ਜੀ, ਪਰਉਪਕਾਰੀ ਉਹਨਾਂ ਦਾ ਨਾਮ ਹੈ। ਕਈ ਵਾਰ ਗੁਰਦਾਸ ਨੇ ਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਨੇ ਵੀ, ਗੁਰੂ ਕੇ ਸਿੱਖਾਂ ਨੇ ਵੀ ਸਤ ਛੁਭ ਸ਼ਤਤ ਉਚਾਰੀ। ਉਹਨਾਂ ਦੀ ਬੜੀ ਉਸਤਤੀ ਕੀਤੀ ਹੈ। ਭਾਈ ਗੁਰਦਾਸ ਜੀ ਵਰਗਿਆਂ ਨੇ ਬੜੀ ਉਸਤਤੀ ਕਈ ਵਾਰ ਉਹਨਾਂ ਦੀ ਕੀਤੀ ਹੋਈ ਹੈ। ਤਿਸ ਕੇ ਸਮ ਦੂਸਰ ਨਹੀਂ। ਇਹ ਮੇਰੇ ਭਰਾ ਸੱਤਾ, ਆਪਾਂ ਚੱਲੀਏ ਲਾਹੌਰ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਮੇਲ ਮਿਲਾਉਣ ਵਾਲਾ ਭਾਈ ਲੱਧਾ ਜੀ ਪਰਉਪਕਾਰੀ ਵਰਗਾ ਹੋਰ ਨਹੀਂ ਕਿਤੇ ਮਿਲ ਸਕਦਾ। ਮਾਸ ਪਰ ਉਪਕਾਰੀ। ਇਹੋ ਜਿਹਾ ਪਰਉਪਕਾਰ ਕਰਨ ਵਾਲਾ ਗੁਰਸਿੱਖ ਸੋ ਬਖਸ਼ਾਵਹਿ ਗੋ ਹਮੈ। ਹੋਰ ਨਹੀਂ ਕੋਈ ਬਖਸ਼ਾ ਸਕਦਾ, ਕੇਵਲ ਤੇ ਕੇਵਲ ਉਹੀ ਸਿੱਖ ਆਪਾਂ ਨੂੰ ਮਹਾਰਾਜ ਤੋਂ ਬਖਸ਼ਾ ਸਕਦਾ ਹੈ। ਲਵਪੁਰ ਕੋ ਗਮਨੇ ਜੁਗਲ। ਇਸ ਤਰ੍ਹਾਂ ਸਾਧ ਸੰਗਤ ਜੀ ਵਿਚਾਰ ਕਰਕੇ ਨਾ ਦੋਵੇਂ ਭਰਾ ਤੇ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਹੋ ਤੁਰੇ ਹਨ। ਸਭ ਕਰਮ ਦਹਾਨੀ। ਸਾਰਾ ਹੰਕਾਰ ਇਹਨਾਂ ਦਾ ਨਾਸ਼ ਹੋਇਆ ਹੋਇਆ, ਹੁਣ ਹੰਕਾਰ ਕਿੱਥੇ ਰਹਿਣਾ। ਤੋ ਇਸ ਤਰ੍ਹਾਂ ਦੀ ਹਾਲਤ ਹੋਈ ਹੈ, ਪੈਰੋਂ ਨੰਗੇ ਹੈ, ਸਿਰ ਤੇ ਕੱਪੜਾ ਨਹੀਂ, ਕੱਪੜੇ ਪਾਟੇ ਹੋਏ ਹੈ, ਕਈ ਦਿਨ ਦਾ ਪ੍ਰਸ਼ਾਦਾ ਛਕਿਆ ਹੈ, ਸਰੀਰ 'ਚ ਰੇਸ਼ਾ ਪਿਆ ਹੋਇਆ, ਨਹੁੰ ਵੀ ਝੜਨੇ ਸ਼ੁਰੂ ਹੋ ਗਏ, ਮਾਸ ਦੀ ਸਰੀਰ ਦੀ ਚਮੜੀ ਉਖੜਨ ਲੱਗੀ, ਬਹੁਤ ਬੁਰੀ ਹਾਲਤ ਹੈ। ਤੇ ਦੋ ਦਾਈ ਦੋਵੇਂ ਭਾਈ ਹੁਣ ਲਾਹੌਰ ਨੂੰ ਭੱਜ ਤੁਰੇ ਐ। ਏਕ ਨਿਸ਼ਾ ਬਸ ਪੰਥ ਮਹਿ। ਤੁਰਦਿਆਂ ਹੋਇਆਂ ਇੱਕ ਰਾਤ ਰਸਤੇ ਵਿੱਚ ਰਹਿ ਕਰਕੇ ਪਹੁੰਚੇ ਤਿਸ ਥਾਈ। ਅਗਲੇ ਦਿਨ ਵੇਲੇ ਨਾਲੀ ਵੇਲੇ ਸਿਰੀ ਲਾਹੌਰ ਪਹੁੰਚ ਚੁੱਕੇ ਐ। ਫਿਰਤ ਮਿਲਹਿ ਸਿੱਖ ਗਰੀਮ ਹੈ। ਤੇ ਗਲੀਆਂ 'ਚ ਲੱਭਦੇ ਫਿਰਦੇ ਐ। ਫਿਰਦਿਆਂ ਨੂੰ ਸਿੱਖ ਜਦੋਂ ਗਲੀ 'ਚ, ਕਿਉਂਕਿ ਭਾਈ ਸਾਹਿਬ ਦਾ ਘਰ ਲੱਭਦੇ ਐ, ਪੁੱਛਦੇ ਆ ਸਿੱਖਾਂ ਤੋਂ। ਜਦੋਂ ਇਹਨਾਂ ਨੂੰ ਗਲੀ ਵਿੱਚ ਕੋਈ ਸਿੱਖ ਟੱਕਰਦਾ ਹੈ, ਇਤ ਉਤ ਟਰ ਜਾਈ। ਵੇਖ ਕੇ ਸਿੱਖ ਇੱਧਰ ਉੱਧਰ ਹੋ ਜਾਂਦਾ ਵੀ ਕਹਿੰਦੇ ਮਹਾਰਾਜ ਦੇ ਧੱਕੇ ਹੋਏ ਹੁਣ ਲਾਹੌਰ ਆ ਗਏ ਆ। ਅੰਮ੍ਰਿਤਸਰ ਵਾਲਿਆਂ ਨੇ ਮੂੰਹ ਲਾਉਣਾ ਛੱਡ ਦਿੱਤਾ ਤੇ ਇਹ ਹੁਣ ਸਾਨੂੰ ਪਾਪਾਂ ਦੇ ਭਾਗੀ ਬਣਾਉਣ ਵਾਲੇ ਇੱਥੇ ਲਾਹੌਰ ਆਏ ਫਿਰਦੇ ਆ। ਵੇਖ ਕੇ ਸਾਰੇ ਵੇਖੋ ਖਾਲਸਾ ਜੀ ਕਿੱਥੇ ਕੀਰਤਨੀਏ ਸੀ ਤੇ ਸੰਗਤ ਦਰਸ਼ਨ ਕਰਦੀ ਸੀ। ਮਹਾਰਾਜ ਵੀ ਭਾਈ ਸੱਤਾ ਜੀ ਬਲਵੰਡ ਜੀ ਕਿੱਥੇ, ਉਹਨਾਂ ਦੇ ਦਰਸ਼ਨ ਕਰਨੇ ਆ। ਤੇ ਹੰਕਾਰੇ ਤੇ ਗਰੀਬ ਨਵਾਜ ਦਾ ਬਚਨ ਹੋਇਆ ਤੇ ਹੁਣ ਉਹੀ ਸੰਗਤ, ਜਿਹੜੀ ਸੰਗਤ ਤਾਂ ਉਹੀ ਹੈ, ਇਹ ਲਾਹੌਰ ਆਪ ਗਏ ਹੈ ਤੇ ਲੋਕੀ ਬੂਹੇ ਮਾਰ ਲੈਂਦੇ ਆ।
ਇਹਨਾਂ ਨੂੰ ਵੇਖ ਕੇ ਸਿੱਖ ਗਲੀਆਂ 'ਚੋਂ ਇੱਧਰ ਉੱਧਰ ਟਲ ਜਾਂਦੇ ਆ। ਕੋ ਸਿੱਖ ਬਦਨ ਦੁਰਾਏ ਨਿਜ, ਕਈ ਸਿੱਖ ਆਪਦਾ ਮੂੰਹ ਛਪਾ ਲੈਂਦੇ ਗਲੀ 'ਚ ਆਉਂਦਿਆਂ ਵੇਖ ਕੇ। ਅੰਚਰ ਕੋ ਡਾਰੈ, ਮੂੰਹ ਤੇ ਸਾਫੇ ਪਰਨੇ ਕਰਕੇ ਆਪਦਾ ਮੁਖ ਲਕੋ ਲੈਂਦੇ ਵੀ ਕਿਤੇ ਇਹਨਾਂ ਦਾ ਚਿਹਰਾ ਨਾ ਦਿਸ ਪਵੇ ਜਾਂ ਸਾਡੇ ਮੱਥੇ ਨਾ ਲੱਗ ਜਾਣ। ਨਹਿ ਦਿਖਾਏ ਮੁਖ ਆਪਨ, ਆਪਦਾ ਮੁਖ ਸਿੱਖ ਨਹੀਂ ਦਿਖਾਉਂਦੇ ਇਹਨਾਂ ਨੂੰ, ਨਹਿ ਤੇ ਨਹ ਨਿਹਾਰੈ। ਤੇ ਨਾ ਹੀ ਇਹਨਾਂ ਦੀ ਸ਼ਕਲ ਵੇਖਣੀ ਕੋਈ ਪਸੰਦ ਕਰਦਾ ਹੈ। ਮਹਾ ਅਘੀ ਸਮਝਾਨ ਕੈ, ਕਿਉਂਕਿ ਸਾਰੇ ਸਿੱਖ ਇਹਨਾਂ ਨੂੰ ਮਹਾਨ ਵੱਡੇ ਤੋਂ ਵੱਡੇ ਪਾਪੀ ਜਾਣਦੇ ਹਨ, ਬੋਲੇ ਨਹਿ ਕੋਈ। ਤੇ ਕੋਈ ਇਹਨਾਂ ਨਾਲ ਬੋਲਦਾ ਨਹੀਂ। ਇਹ ਬੁਲਾਉਂਦੇ ਤਾਂ ਹੈ ਆਖੇ ਜੀ ਅਸੀਂ ਸੱਤਾ ਜੀ ਬਲਵੰਡ ਗੁਰੂ ਘਰ ਦੇ ਕੀਰਤਨੀਏ। ਸਿੱਖ ਮੂੰਹ ਤੇ ਕੱਪੜਾ ਲੈ ਲੈਂਦੇ, ਕੋਈ ਘਰ ਵੜ ਜਾਂਦਾ, ਕੋਈ ਮੱਥੇ ਨਹੀਂ ਲੱਗਦਾ, ਕੋਈ ਇਹਨਾਂ ਨਾਲ ਬਚਨ ਨਹੀਂ ਸਾਂਝਾ ਕਰਦਾ ਹੈ। ਇਹ ਗੁਰ ਤੇ ਸਰਾਪਤ ਮਹਾ, ਕਿਉਂਕਿ ਸਿੱਖ ਵਿਚਾਰਦੇ ਆ ਵੀ ਇਹ ਤਾਂ ਵੱਡੇ ਪਾਪੀ ਐ, ਗੁਰੂ ਘਰ ਦੀ ਨਿੰਦਾ ਮੱਥਾ ਲਾਉਣ ਵਾਲੇ ਐ, ਸਤਿਗੁਰਾਂ ਦੇ ਘਰੋਂ ਸਰਾਪੇ ਹੋਏ ਵੱਡੇ ਪਾਪੀ ਹਨ। ਕਿਤ ਮਿਲੈ ਨ ਢੋਈ, ਇਹਨਾਂ ਨੂੰ ਕਿਤੇ ਢੋਈ ਨਹੀਂ ਮਿਲੇਗੀ। ਜਦੋਂ ਬੁਲਾਉਂਦੇ ਆ ਉਹ ਕਹਿੰਦੇ ਤੁਸੀਂ ਬੋਲਦੇ ਨਹੀਂ ਸਾਡੇ ਨਾਲ ਸਿੱਖੋ। ਸਿੱਖ ਮੂੰਹ ਤੇ ਪੱਲਾ ਲੈ ਕੇ ਕਹਿੰਦੇ ਕਿ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਸਿੱਖ ਹੋ ਕੇ ਨਿੰਦਾ ਕਰਦੇ ਹੋ, ਤੁਹਾਨੂੰ ਨਰਕਾਂ ਵਿੱਚ ਕਿਤੇ ਢੋਈ ਨਹੀਂ ਮਿਲਣੀ ਹੈ। ਪਹੁੰਚੇ ਲੱਦੇ ਕੇ ਸਦਨ, ਇਸ ਤਰ੍ਹਾਂ ਸਾਧ ਸੰਗਤ ਦੀ ਗਲੀਆਂ 'ਚ ਧੱਕੇ ਤੋੜੇ ਖਾਂਦੇ ਹੋਏ ਭਾਈ ਲੱਦਾ ਜੀ ਦੇ ਘਰ ਵਿੱਚ ਪਹੁੰਚ ਗਏ ਆ। ਤਿਨ ਕਿ ਨ ਜਾਏ ਸੁਨਾਵਾ, ਉੱਥੇ ਜਾ ਕੇ ਜਾਂ ਇੱਧਰ ਇਹ ਵੀ ਪਹੁੰਚ ਗਏ ਲਾਗੇ ਘਰ ਦੇ ਗਲੀ 'ਚ ਤੁਰੇ ਆਉਂਦੇ ਆ। ਕਿਸੇ ਸਿੱਖ ਨੇ ਭਾਈ ਲੱਦਾ ਜੀ ਨੂੰ ਵੀ ਜਾ ਕੇ ਦੱਸ ਦਿੱਤਾ ਹੈ ਵੀ ਉਹ ਦੋਵੇਂ ਫਿਟਕਾਰੇ ਹੋਏ ਭਰਾ ਅੱਜ ਲਾਹੌਰ ਆਏ ਹੋਏ ਤੇ ਤੇਰਾ ਘਰ ਪੁੱਛਦੇ ਫਿਰਦੇ ਆ। ਸੱਤੇ ਜੁਤ ਬਲਵੰਡ ਜੋ, ਦੋਵੇਂ ਭਰਾ ਸੱਤਾ ਤੇ ਬਲਵੰਡ ਆਏ ਹੋਏ ਆ ਤੇ ਲਾਹੌਰ ਦੇ ਲੋਕਾਂ ਤੋਂ ਤੁਹਾਡਾ ਘਰ ਪੁੱਛ ਰਹੇ ਹਨ। ਤੇਰੇ ਗ੍ਰਹਿ ਆਵਾ, ਆ ਲਾਗੇ ਹੀ ਆ ਗਏ ਤੇਰੇ ਘਰ ਵਾਲੇ ਪਾਸੇ ਨੂੰ। ਦੌਰ ਪੌਰ ਪਟ ਭੇਰ ਕੈ, ਭਾਈ ਲੱਦਾ ਜੀ ਨੇ ਦੌੜ ਕੇ ਵੀ ਇੱਧਰ ਆ ਰਹੇ ਆ ਤੇ ਦਵਾ ਦਵ ਦਰਵਾਜ਼ਾ ਆਪਣੇ ਘਰ ਦਾ ਬੰਦ ਕਰ ਦਿੱਤਾ ਵੱਡਾ। ਅੰਤਰ ਹੋਏ ਬੈਸਾ, ਤੇ ਆਪ ਅੰਦਰ ਹੋ ਕਰਕੇ ਅਗਾਂਹ ਬੈਠ ਗਏ ਆ ਵੀ ਇਹਨਾਂ ਦੀ ਨਿਗਾਹ ਵੀ ਨਾ ਕਿਤੇ ਝੀਥ ਦੇ ਵਿੱਚ ਦੀ ਮੇਰੇ ਤੇ ਪੈ ਜਾਵੇ। ਅਗਾਂਹ ਹੋ ਕਰਕੇ ਕਮਰੇ ਵਿੱਚ ਬੈਠ ਗਏ ਆ। ਫਿਟ ਕੇ ਸ਼੍ਰੀ ਅਰਜਨ ਗੁਰੂ, ਵਿਚਾਰਿਆ ਵੀ ਇਹ ਦੋਵੇਂ ਭਰਾ ਇਹ ਕਿੱਧਰ ਮੂੰਹ ਚੁੱਕੀ ਆਉਂਦੇ ਆ। ਗੁਰੂ ਅਰਜਨ ਦੇਵ ਮਹਾਰਾਜ ਦੇ ਫਿਟਕੇ ਹੋਏ ਧੱਕੇ ਹੋਏ। ਦੁੱਖ ਬਾਢਿਓ ਤੈਸਾ, ਹਾਂ ਦੁੱਖ ਵਧਿਆ ਹੋਇਆ ਲੱਗਦਾ। ਮਹਾਰਾਜ ਨੇ ਜਿਵੇਂ ਬਚਨ ਕੀਤੇ ਆ ਹੁਣ ਪਿੱਟਦੇ ਆ, ਕੋੜ ਹੋਇਆ ਦਿਸਦਾ ਹੈ। ਪੌਰ ਖਰੇ ਹੋਏ ਕੌਰ ਲੱਗ, ਇੱਧਰ ਦੋਵੇਂ ਭਰਾ ਸਾਧ ਸੰਗਤ ਜੀ ਪਹੁੰਚੇ ਬਾਬਾ ਲੱਦਾ ਜੀ ਦੇ ਘਰ। ਦਰਵਾਜ਼ਾ ਬੰਦ ਸੀ ਤੇ ਕੌਲਿਆਂ ਦੇ ਨਾਲ ਦੋਵੇਂ ਇੱਕ ਉਧਰ ਬਹਿ ਗਿਆ, ਇੱਕ ਉਧਰਲੇ ਪਾਸੇ ਕੌਲਿਆਂ ਦੇ ਅੱਗੇ ਬੈਠ ਗਏ ਆ ਲੱਗ ਕੇ। ਨਾਲ ਕੰਧਾਂ ਨੂੰ ਢੋ ਲਾ ਲਈਆਂ ਨੇ। ਬਾਹ ਬਿਨੈ ਬਖਾਨੀ, ਤੇ ਉੱਚੀ ਉੱਚੀ ਦਰਵਾਜ਼ਾ ਖੜਕਾਉਂਦੇ ਨਾ ਖੁੱਲਿਆ। ਭਾਈ ਲੱਦਾ ਜੀ ਦਾ ਨਾਮ ਲੈ ਲੈ ਕੇ ਬੇਨਤੀਆਂ ਕਰ ਰਹੇ ਆ। ਤਰਾਹੇ ਤਰਾਹੇ ਸ਼ਰਨ ਪਰੇ ਸੁਨ, ਕਹਿੰਦੇ ਹੇ ਸੁਣ ਭਾਈ ਲੱਦਾ, ਅਸੀਂ ਤਰਾਹੇ ਤਰਾਹੇ ਆਂਦੇ ਤੁਹਾਡੀ ਸ਼ਰਨ ਵਿੱਚ ਪਏ ਆ। ਮਹਾਰਾਜ ਲੱਦਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਸੁਨ ਸਿਫਤ ਮਹਾਨੀ, ਤੁਹਾਡੀ ਬੜੀ ਅਸੀਂ ਸਿਫਤ ਸੁਣੀ ਹੈ ਵੀ ਤੁਹਾਡੇ ਵਰਗਾ ਹੋਰ ਕੋਈ ਪਰਉਪਕਾਰੀ ਸਿੱਖ ਨਹੀਂ ਸੰਸਾਰ ਤੇ। ਗੁਰ ਸਿੱਖਿਆਨ ਮਹਿ ਨਾਮ ਤਵਕਹਿ, ਤੁਹਾਡਾ ਨਾਮ ਸਿੱਖਾਂ ਦੇ ਵਿੱਚ ਬੜਾ ਲਿਆ ਜਾਂਦਾ ਹੈ। ਤੁਹਾਡਾ ਹੀ ਨਾਮ ਜਦੋਂ ਕਿਤੇ ਪਰਉਪਕਾਰ ਦੀ ਗੱਲ ਆਉਂਦੀ ਹੈ ਤੋ ਸਿੱਖਾਂ ਦੇ ਵਿੱਚ ਨਾਮ ਤੁਵਕ ਹੈ। ਤੁਹਾਡਾ ਨਾਮ ਬੜਾ ਲਿਆ ਜਾਂਦਾ ਹੈ। ਪਰ ਉਪਕਾਰੀ, ਕਹੇ ਪਰਉਪਕਾਰੀ। ਸਿੱਖ ਤੁਹਾਨੂੰ ਪਰਉਪਕਾਰੀ ਕਰਕੇ ਜਾਣਦੇ ਹਨ। ਤੁਹਾਡਾ ਨਾਮ ਭਾਈ ਲੱਦਾ ਜੀ ਲਕਬ ਤੁਹਾਡੇ ਨਾਮ ਦੇ ਪਿੱਛੇ ਪਰਉਪਕਾਰੀ ਲੱਗਾ ਹੈ। ਕਰ ਸਹਾਇਤਾ ਦੀਨ ਲਖ, ਹੇ ਗੁਰਸਿੱਖ ਪਿਆਰੇ ਭਾਈ ਲੱਦਾ ਜੀ ਸਾਨੂੰ ਦੁਖੀ ਸਾਨੂੰ ਦੀਨ ਆਏ ਨਿਮਾਣੇ ਜਾਣ ਕੇ ਸਾਡੀ ਲਾਜ ਰੱਖੋ ਘਰ ਆਇਆਂ ਦੀ, ਸਾਡੀ ਸਹਾਇਤਾ ਕਰੋ ਜੀ। ਕਟ ਬ੍ਰਿਥਾ ਹਮਾਰੀ, ਸਾਡੀ ਪੀੜ ਕੱਟੋ, ਸਾਨੂੰ ਇਸ ਦੁੱਖ ਤੋਂ ਤੁਸੀਂ ਬਚਾ ਸਕਦੇ ਹੋ। ਲਾਜ ਨਾਮ ਕੇ ਰਾਖੀਏ, ਬਾਕੀ ਤੁਹਾਡਾ ਨਾਮ ਵੀ ਪਰਉਪਕਾਰੀ ਹੈ ਨਾ। ਲੱਦਾ ਜੀ ਪਰਉਪਕਾਰੀ ਨਾਮ ਦੀ ਆਪ ਲਾਜ ਰੱਖਣਾ ਕਰੋ ਜੀ। ਅਰਦਾਸ ਸੁਨੀਜੈ, ਤੇ ਕਿਰਪਾ ਕਰਕੇ ਦਰਵਾਜ਼ਾ ਖੋਲੋ
ਸਾਡੀ ਅਰਦਾਸ ਸੁਣੋ, ਅਸੀਂ ਬਹੁਤ ਦੁਖੀ ਸਭ ਦੇ ਘਰੋਂ ਧੱਕੇ ਹੋਏ ਤੁਹਾਡੇ ਪਾਸ ਆਏ ਹਾਂ। ਏਕ ਬੇਦ ਸ੍ਰੀ ਗੁਰ ਨਿਕਟ, ਹਾਂ, ਇੱਕ ਵਾਰੀ ਹੱਥ ਜੋੜ ਕੇ, ਕਿਉਂਕਿ ਭਾਈ ਸਾਹਿਬ ਜੀ ਹੁਣ ਦਰਵਾਜ਼ਾ ਨਹੀਂ ਖੋਲ੍ਹਦੇ, ਇੱਧਰ ਦੋਵੇਂ ਉੱਚੀ ਉੱਚੀ ਰੌਲਾ ਪਾਉਂਦੇ, ਉਹ ਭਾਈ ਲੱਦਾ ਪਰਉਪਕਾਰੀ ਜੀ, ਹੇ ਗੁਰੂ ਕੇ ਸਿੱਖ, ਤੁਹਾਨੂੰ ਸਤਿਗੁਰਾਂ ਦਾ ਵਾਸਤਾ ਇੱਕ ਵਾਰੀ ਦਰਵਾਜ਼ਾ ਖੋਲ੍ਹ ਦਿਓ ਹਮਰੀ ਬਿਦ ਦੀਜੈ। ਤੇ ਇੱਕ ਵਾਰੀ ਸਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਸੁਧ ਦੀਜੈ। ਧਿਆਨ ਨਾਲ ਪੜ੍ਹਨਾ, ਸੁਧ ਦੀਜੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਸਾਨੂੰ ਮਿਲ ਦਿਓ, ਇੱਕ ਵਾਰੀ ਸਾਡੀ ਖਬਰ ਸੈਰ ਲੈ ਲਵੋ, ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਲੈ ਜਾਓ, ਸਾਡੀ ਸਿਫਾਰਿਸ਼ ਕਰ ਦਿਓ ਜੀ। ਆਨ ਥਾਨ ਤੁਝ ਬਿਨਾ ਨਹਿ, ਕਿਉਂਕਿ ਤੁਹਾਡੇ ਤੋਂ ਬਿਨਾ ਹੋਰ ਕੋਈ ਵੀ ਥਾਂ ਸਾਨੂੰ ਨਹੀਂ, ਹੋਰ ਕਿਤੇ ਢੋਈ ਨਹੀਂ ਮਿਲਦੀ। ਜਿਸ ਕੇ ਟਿਗ ਜਾਵੈ, ਦੱਸੋ ਅਸੀਂ ਕਿਹਦੇ ਕੋਲ ਜਾਈਏ? ਹੋਰ ਤੁਹਾਡੇ ਵਰਗਾ ਹੈ ਕੌਣ ਹੈ ਪਰਉਪਕਾਰ ਕਰਨ ਵਾਲਾ? ਭਾਈ ਲੱਦਾ ਜੀ ਦੱਸੋ, ਤੁਹਾਡੇ ਬਿਨਾ ਅਸੀਂ ਕਿਹਦੇ ਕੋਲ ਜਾਈਏ ਜੀ? ਦਰ ਤੇਰੇ ਹਮ ਪਰ ਰਹੇ, ਇਸ ਕਰਕੇ ਅਸੀਂ ਤੁਹਾਡੇ ਦਰਵਾਜ਼ੇ ਅੱਗੇ ਪੈ ਗਏ ਹਾਂ, ਤੁਹਾਡੀ ਚਰਨੀ, ਤੁਹਾਡੀ ਸ਼ਰਨੀ, ਤੁਹਾਡੇ ਬੂਹੇ ਅੱਗੇ ਆਣ ਬੈਠੇ ਹਾਂ। ਕਰ ਜਿਉ ਉਰ ਭਾਵੈ, ਬਾਕੀ ਹੁਣ ਮਾਰ ਭਾਵੇਂ ਰੱਖ, ਅਸੀਂ ਇੱਥੋਂ ਜਾਣਾ ਨਹੀਂ। ਭਾਈ ਲੱਦਾ ਜੀ ਤੁਹਾਡੀ ਮਰਜ਼ੀ ਹੈ, ਰੱਖੋ ਮਾਰੋ, ਪਰ ਜੇ ਮਰਨਾ ਹੀ ਆ ਤੇ ਅਸੀਂ ਫਿਰ ਸਿੱਖ ਦੇ ਬੂਹੇ ਅੱਗੇ ਮਰਾਂਗੇ। ਇਸ ਤਰ੍ਹਾਂ ਕਹਿ ਰਹੇ ਆ ਵੀ ਤੁਹਾਡੀ ਮਰਜ਼ੀ ਹੈ, ਜੋ ਤੁਹਾਨੂੰ ਚੰਗਾ ਲੱਗਦਾ ਕਰੋ, ਚਾਹੇ ਮੇਲ ਦਿਓ ਮਹਾਰਾਜ ਨਾਲ, ਨਹੀਂ ਤਾਂ ਅਸੀਂ ਇੱਥੇ ਬੈਠੇ ਮਰ ਜਾਵਾਂਗੇ। ਮਾਰਹ ਕਿਦਾ ਜਿਵਾਏ ਦੇਹੋ, ਤੁਹਾਡੇ ਹੱਥ ਹੈ ਹੁਣ, ਚਾਹੇ ਸਾਨੂੰ ਮਹਾਰਾਜ ਨਾਲ ਮਿਲਾ ਕੇ ਜਵਾ ਦਿਓ, ਚਾਹੇ ਸਾਨੂੰ ਜਵਾਬ ਦੇ ਕੇ ਮੁਨਕਰ ਹੋ ਕੇ ਸਾਡੀ ਬੇਨਤੀ ਤੋਂ ਤੇ ਸਾਨੂੰ ਇੱਥੇ ਹੀ ਮਾਰ ਦਿਓ ਜੀ। ਹਮ ਤੋਹੇ ਅਧੀਨਾ, ਅਸੀਂ ਤਾਂ ਤੁਹਾਡੇ ਅਧੀਨ ਹੋ ਚੁੱਕੇ, ਤੁਹਾਡੇ ਆਸਰੇ ਹਾਂ। ਘਰ ਨਿਕਸੇ ਤੱਕ ਸ਼ਰਨ ਤੁਬ, ਅਸੀਂ ਤਾਂ ਲਾਹੌਰ ਅੰਮ੍ਰਿਤਸਰ ਤੋਂ ਘਰੋਂ ਨਿਕਲੇ ਹੋਏ ਹਾਂ ਭਾਈ ਲੱਦਾ ਜੀ, ਤੁਹਾਡੀ ਸ਼ਰਨ, ਤੁਹਾਡਾ ਆਸਰਾ ਤੱਕ ਕੇ ਘਰੋਂ ਨਿਕਲ ਕੇ ਆਏ ਹਾਂ। ਕੀ ਜਹ ਦੁਖ ਹੀਨਾ, ਕਿਰਪਾ ਕਰੋ ਮਹਾਂਪੁਰਖੋ, ਸਾਡਾ ਦੁੱਖ ਜਿਹੜਾ ਨਾਸ਼ ਕਰ ਦਿਓ ਜੀ, ਮਹਾਰਾਜ ਦੇ ਨਾਲ ਸਾਡਾ ਮੇਲ ਕਰਾ ਦਿਓ। ਇਸ ਪ੍ਰਕਾਰ ਬਹ ਬੇਨਤੀ, ਉਹ ਖਾਲਸਾ ਜੀ ਇਸ ਤਰ੍ਹਾਂ ਵਾਰ-ਵਾਰ ਪੁਨ੍ਹਾ ਭਾਈ ਲੱਦਾ ਜੀ ਨੂੰ ਬੇਨਤੀਆਂ ਕਰਦੇ, ਉਹ ਦਰਵਾਜ਼ਾ ਨਹੀਂ ਖੋਲ੍ਹਦੇ, ਪੁਨ੍ਹਾ ਬੇਨਤੀਆਂ ਕਰਦੇ, ਰੋਂਦੇ ਐ, ਕੁਰਲਾਉਂਦੇ ਐ, ਕੌਲਿਆਂ ਦੇ ਅੱਗੇ ਬੈਠੇ ਹੋਏ ਐ। ਬੈਠ ਰਹੇ ਦਰ ਪਰ ਤਬ ਹੈ, ਨਹੀਂ ਖਹਿੜਾ ਛੱਡਦੇ, ਦਰਵਾਜ਼ੇ ਦੇ ਅੱਗੇ ਬੈਠੇ ਹੋਏ ਨੇ। ਹੋਏ ਲੱਜਤ ਵਿਸਾਲਾ, ਤੇ ਬੜੇ ਸ਼ਰਮਿੰਦੇ ਸ਼ਰਮਸਾਰ ਹੋ ਰਹੇ, ਸੰਗਤ ਵੇਖਦੀ ਐ। ਲਾਹੌਰ ਦੀ ਵੀ ਹੁਣ ਕਿੱਥੇ ਹੰਕਾਰੇ ਸੀ, ਮਹਾਰਾਜ ਘਰੇ ਗਏ ਸੀ ਤੇ ਮੰਜਾ ਨਹੀਂ ਛੱਡਦੇ ਸੀ, ਤੇ ਅੱਜ ਆਪ ਮਹਾਰਾਜ ਨਾਲ ਸੁਲਾ ਵਾਸਤੇ ਹੁਣ ਸਤਿਗੁਰਾਂ ਦੇ ਦਰਵਾਜ਼ੇ ਤਾਂ ਕੀ, ਹੁਣ ਉਹਨਾਂ ਦੇ ਗਾਂ ਸਿੱਖਾਂ ਦੇ ਬੂਹਿਆਂ ਅੱਗੇ ਰੁਲਦੇ ਫਿਰਦੇ ਆ। ਸੰਗਤ ਵੇਖ ਕੇ ਬਹੁਤ ਹੈਰਾਨ ਹੁੰਦੀ ਹੈ। ਲੱਧਾ ਚਿਤ ਵਿਤ ਚਿਤ ਬਿਖੈ, ਇਹ ਸ਼ਰਮਸਾਰ ਹੁੰਦੇ ਆ, ਸ਼ਰਮਿੰਦੇ ਦਰਵਾਜ਼ੇ ਅੱਗੇ ਬੈਠੇ ਰਹੇ, ਪਹਿਰ ਦੋ ਪਹਿਰ ਖਾਲਸਾ ਜੀ ਬਾਹਰ ਬੈਠੇ ਰਹੇ। ਭਾਈ ਲੱਦਾ ਜੀਆਂ ਨਾ ਦਰਵਾਜ਼ਾ ਖੋਲ੍ਹਿਆ, ਫਿਰ ਜਦੋਂ ਨਾ ਹੀ ਹਟੇ, ਕਹਿੰਦੇ ਅਸੀਂ ਮਰ ਜਾਵਾਂਗੇ ਪਰ ਤੁਹਾਡਾ ਦਰਵਾਜ਼ਾ ਨਹੀਂ ਛੱਡਾਂਗੇ। ਤੇ ਭਾਈ ਲੱਦਾ ਜੀ ਨੇ ਜਦੋਂ ਵਿਚਾਰਨਾ ਕੀਤਾ ਕੁਝ ਕੁ ਸਮੇਂ ਬਾਅਦ, ਮੈਂ ਕੀ ਉਪਕਾਰਾ, ਤੇ ਵਿਚਾਰ ਕੀਤਾ ਹੈ ਵੀ ਮੈਂ ਹੁਣ ਤੀਕਰ ਬਹੁਤ ਪਰਉਪਕਾਰ ਕੀਤੇ ਹਨ, ਸਭ ਤਜ ਮੇਰੇ ਦਰ ਪਰੇ। ਤੇ ਇਹ ਹੁਣ ਜਿਹੜੇ ਸੱਤਾ ਤੇ ਬਲਵੰਡ ਹੈ, ਕਿਸੇ ਸਿੱਖ ਨੇ ਨਹੀਂ ਇਹਨਾਂ ਦੀ ਅਰਦਾਸ ਬੇਨਤੀ ਸੁਣੀ, ਜਿਸ ਕਰਕੇ ਕਿੰਨੀ ਦੂਰੋਂ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਮੇਰੇ ਦਰਵਾਜ਼ੇ ਵਿੱਚ ਪਏ ਹਨ, ਦਰਵਾਜ਼ੇ ਵਿੱਚ ਬੈਠੇ ਐ। ਇਨ ਕਾਰਜ ਭਾਰਾ, ਤੇ ਪਰ ਨਾਲੇ ਵੀ ਵਿਚਾਰਦੇ ਆ ਵੀ ਹੁਣ ਪਰਉਪਕਾਰ ਤਾਂ ਬਹੁਤ ਕੀਤੇ ਆ, ਪਰ ਹੁਣ ਇਹਨਾਂ ਦਾ ਕੰਮ ਵੀ ਬਹੁਤ ਵੱਡਾ ਹੈ, ਵੀ ਪਰਉਪਕਾਰ ਤਾਂ ਬੜੇ ਕੀਤੇ ਐ, ਪਰ ਇਹ ਵੱਡਾ ਹੈ ਕਾਰਜ ਇਹਨਾਂ ਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂੰਹ ਕਾਲਾ ਕਰਨਗੇ ਜੇ ਇਹਨਾਂ ਦੀ ਸਿਫਾਰਿਸ਼ ਕੀਤੀ। ਮਹਾਰਾਜ ਦਾ ਬਚਨ ਵੀ ਹੋਇਆ, ਇਹਨਾਂ ਦਾ ਕਾਰਜ ਬਹੁਤ ਭਾਰੀ ਹੈ। ਕਹਿਨ ਬਣਹਿ ਨਹਿ ਨਿਕਟ ਗੁਰ, ਸਤਿਗੁਰਾਂ ਦੇ ਲਾਗੇ ਕਹਿ ਕਿਵੇਂ ਦਈਏ ਜਾ ਕੇ, ਨਹੀਂ ਕਹਿਣਾ ਬਣਦਾ, ਮਹਾਰਾਜ ਨੇ ਰੋਕਿਆ ਹੈ। ਮੁਖ ਕਰ ਹੈ ਕਾਰੋ, ਕਿਉਂਕਿ ਮਹਾਰਾਜ ਤਾਂ ਮੂੰਹ ਕਾਲਾ ਕਰਨਗੇ, ਜਾਂ ਸਤਿਗੁਰਾਂ ਦੇ ਪਾਸ ਜਿਹੜਾ ਕਹੇਗਾ ਉਹ ਆਪਦਾ ਮੂੰਹ ਕਾਲਾ ਕਰਵਾਵੇਗਾ। ਕਿਮ ਕਾਰਜ ਇਨ ਕੋ ਬਨ ਹੈ, ਤੇ ਕਿਵੇਂ ਹੁਣ ਇਹਨਾਂ ਦਾ ਕਾਰਜ ਬਣੇਗਾ? ਅਸੀਂ ਇਹਨਾਂ ਨੂੰ ਮਿਲਾ ਤਾਂ ਦਈਏ, ਪਰ ਮਿਲਾਈਏ ਕਿਵੇਂ? ਜੇ ਮਹਾਰਾਜ ਦੇ ਘਰ ਜਾਵਾਂਗੇ ਸਿਫਾਰਿਸ਼ ਕਰਨ
ਤੇ ਮਹਾਰਾਜ ਦਾ ਗੁੱਸਾ ਸਹੇੜਨਾ ਪਵੇਗਾ। ਸਤਿਗੁਰੂ ਜੀ ਮੂੰਹ ਕਾਲਾ ਕਰਨਗੇ। ਨਹਿ ਕੋ ਉਪਚਾਰੋ ਤੇ ਹੋਰ ਕੋਈ ਇਲਾਜ ਨਹੀਂ ਹੈ। ਮਹਾਰਾਜ ਨੂੰ ਕਿਵੇਂ ਮਿਲਾਈਏ ਵੀ ਸਿਫਾਰਿਸ਼ ਕਰ ਨਹੀਂ ਸਕਦੇ, ਤੇ ਹੋਰ ਕੋਈ ਤਰੀਕਾ ਨਹੀਂ ਇਹਨਾਂ ਦੀ ਦੁੱਖ ਦਾ ਇਲਾਜ ਕਰਨੇ ਦਾ। ਬਾਹਰ ਵਿਚਾਰਿਓ ਆਪ ਹੀ। ਤੇ ਇਸ ਤਰ੍ਹਾਂ ਭਾਈ ਲੱਦਾ ਜੀ ਨਾ ਘਰ ਵਿੱਚ ਬਾਹਰ ਚੀਕਾਂ ਮਾਰਦੇ ਆ, ਲੇਲੜੀਆਂ ਕੱਢਦੇ ਆ, ਤੇ ਭਾਈ ਲੱਦਾ ਜੀ ਅੰਦਰ ਘਰ ਵਿੱਚ ਬੈਠੇ ਹੋਏ ਹੁਣ ਵਿਚਾਰ ਕਰ ਰਹੇ ਆ। ਨਾ ਜਦੋਂ ਕਾਫੀ ਸਮਾਂ ਵਿਚਾਰ ਤੋਂ ਬਾਅਦ ਕੋਈ ਨਿਰਣਾ ਹੋਇਆ ਮਨ ਵਿੱਚ, ਫਿਰ ਹਾਰ ਕੇ ਆਪ ਹੀ ਮਨ ਵਿੱਚ ਇਹ ਨਿਰਣਾ ਕੀਤਾ ਹੈ ਕਰੇ ਹਾਂ ਮੁਖ ਕਾਰਾ। ਵੀ ਫਿਰ ਹੁਣ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਵੀ ਪੂਰਾ ਕਰਾਂਗੇ, ਤੇ ਇਹਨਾਂ ਨੂੰ ਮਿਲਾਉਣਾ ਵੀ ਹੈ। ਤੇ ਐਂ ਕਰਦੇ ਹਾਂ ਅਸੀਂ ਆਪ ਦਾ ਮੁੱਖ ਆਪੇ ਹੀ ਕਾਲਾ ਕਰ ਲੈਂਦੇ ਹਾਂ। ਚੜ੍ਹ ਗਰਧਪ ਪਰ ਜਾਏ ਹਾਂ। ਵੀ ਹੁਣ ਆਏ ਇਹਨਾਂ ਨੂੰ ਕਾਹਨੂੰ ਖਾਲੀ ਮੋੜਨਾ ਹੈ। ਆਪ ਮੂੰਹ ਕਾਲਾ ਕਰਕੇ ਤੇ ਮੈਂ ਗਧੇ ਤੇ ਚੜ੍ਹ ਕੇ ਅੰਮ੍ਰਿਤਸਰ ਸਾਹਿਬ ਜਾਵਾਂਗਾ। ਗੁਰ ਕੇ ਦਰਬਾਰਾ ਸਤਿਗੁਰਾਂ ਦੇ ਦਰਬਾਰ ਵਿੱਚ। ਤਾ ਕਹਿਬੋ ਨੀਕੋ ਅਹੈ। ਫੇਰ ਤਾਂ ਕਹਿਣਾ ਬਣੂਗਾ, ਕਿਉਂਕਿ ਉਹ ਤਾਂ ਸਿਫਾਰਿਸ਼ ਕਰ ਨਹੀਂ ਸਕਦੇ, ਮੂੰਹ ਕਾਲਾ ਕਰਨਗੇ ਮਹਾਰਾਜ। ਤੇ ਪਹਿਲਾਂ ਹੀ ਮੂੰਹ ਕਾਲਾ ਕਰ ਲੈਨੇ, ਗਧੇ ਤੇ ਚੜ੍ਹ ਜਾਂਦੇ, ਮਹਾਰਾਜ ਦਾ ਵਚਨ ਵੀ ਪੂਰਾ ਹੋ ਜਾਵੇਗਾ, ਤੇ ਫਿਰ ਕਹਿਣ ਦਾ ਹੱਕ ਵੀ ਬਣੂਗਾ। ਮਹਾਰਾਜ ਨੇ ਆਖਿਆ ਸੀ ਵੀ ਸਿਫਾਰਿਸ਼ ਉਹ ਕਰੇ ਜਿਹਦਾ ਮੂੰਹ ਕਾਲਾ ਕੀਤਾ, ਜਾਂ ਮੂੰਹ ਕਾਲਾ ਕਰਾਂਗੇ, ਤੇ ਉਹ ਮਹਾਰਾਜ ਦਾ ਵਚਨ ਵੀ ਪੂਰਾ ਹੋ ਜਾਵੇਗਾ ਤੇ ਸਿਫਾਰਿਸ਼ ਵੀ ਹੋ ਜਾਵੇਗੀ। ਬਨ ਹੈ ਇਸ ਕਾਜੂ। ਤੇ ਇਹਨਾਂ ਦਾ ਦਰੋਂ ਧੱਕਿਆਂ ਹੋਇਆਂ ਦਾ ਕਾਰਜ ਬਣ ਜਾਵੇਗਾ, ਟੁੱਟੇ ਹੋਏ ਮਹਾਰਾਜ ਨਾਲ ਜੁੜ ਜਾਣਗੇ। ਦੇਖੈ ਪ੍ਰਥਮ ਸਜਾਏ ਕੋ। ਉਹ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਸਜਾ ਵੇਖਣਗੇ। ਗੁਰ ਦੇਹ ਨਿਵਾਜੂ। ਤੇ ਗਰੀਬ ਨਵਾਜ ਬਾਅਦ ਵਿੱਚ ਇਹਨਾਂ ਨੂੰ ਨਵਾਜ ਦੇਣਗੇ, ਵੇਖ ਲੈਣਗੇ ਵੀ ਇਹਨਾਂ ਦੀ ਸਜ਼ਾ ਮਿਲ ਗਈ। ਇਹਨਾਂ ਨੂੰ ਕੋੜੇ ਹੋ ਕੇ ਦਰ ਦਰ ਮੰਗਦੇ ਐ, ਤ੍ਰਿਗਾਕਾਰ ਲਾਣਤਾਂ ਪੈਂਦੀਆਂ, ਕੋਈ ਮੂੰਹ ਨਹੀਂ ਲਾਉਂਦਾ। ਚਲੋ ਹੁਣ ਇਹਨਾਂ ਨੂੰ ਬੜੀ ਸਜ਼ਾ ਮਿਲ ਗਈ ਹੈ, ਤੇ ਸਾਡਾ ਵੀ ਮੂੰਹ ਕਾਲਾ ਤੇ ਗਧੇ ਤੇ ਚੜ੍ਹਿਆਂ ਵੇਖ ਕੇ ਮਹਾਰਾਜ ਇਹਨਾਂ ਨੂੰ ਬਖਸ਼ ਦੇਣਗੇ। ਗਰੀਬ ਨਵਾਜ ਹਨ। ਕਰ ਨਿਸ਼ਚੈ ਦਰ ਖੋਲ ਕੈ। ਇਸ ਤਰ੍ਹਾਂ ਨਿਸ਼ਚਾ ਮਨ ਬਣਾ ਕੇ ਨਾ ਕਰੜਾ ਕਰਕੇ ਭਾਈ ਲੱਦਾ ਜੀ ਨੇ ਤੇ ਦਰਵਾਜ਼ਾ ਖੋਲ੍ਹ ਦਿੱਤਾ ਹੈ। ਅੰਤਰ ਪਰਵਿਸ਼ਾਏ। ਉਹਨਾਂ ਨੂੰ ਦੋਹਾਂ ਨੂੰ ਆਪਣੇ ਘਰ ਵਿੱਚ ਲੈ ਆਂਦਾ। ਧੀਰ ਦੀਨ ਕਰੇ ਹਾਂ ਜਤਨ। ਤੇ ਫਿਰ ਧੀਰਜ ਦਿੱਤਾ ਹੈ ਸੱਤਾ ਬਲਵੰਡ ਜੀ, ਕਹਿ ਨਹੀਂ ਸਕਦੇ ਪੱਕਾ, ਪਰ ਯਤਨ ਜ਼ਰੂਰ ਕਰਾਂਗੇ ਤੁਹਾਨੂੰ ਮਿਲਣ ਦਾ। ਗੁਰ ਇੱਛ ਪੁਰਾਏ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜਾਣਨ, ਜੇ ਭਾ ਗਿਆ ਉਹਨਾਂ ਨੂੰ ਤੁਹਾਡਾ ਤਰਲਾ, ਤੇ ਹੋ ਸਕਦਾ ਮਹਾਰਾਜ ਤੁਹਾਡੀ ਇੱਛਾ ਪੂਰੀ ਕਰ ਦੇਣ, ਤੁਹਾਨੂੰ ਆਪਦੇ ਨਾਲ ਮੇਲ ਲੈਣ। ਇਸ ਦਿਨ ਰਾਖੇ ਪਾਸ ਨਿਜ। ਉਸ ਦਿਨ ਇਹ ਭਾਈ ਲੱਦਾ ਜੀ ਨੇ, ਲਾਹੌਰ ਵਾਲੇ ਨੇ, ਇਹਨਾਂ ਦੋ ਭਰਾਵਾਂ ਨੂੰ ਆਪਦੇ ਪਾਸ ਰਾਤ ਰੋਕ ਲਿਆ ਹੈ। ਪੁਨ ਉੱਠਿਓ ਸਕਾਰਾ। ਤੇ ਅੰਮ੍ਰਿਤ ਵੇਲੇ ਦਿਨ ਚੜ੍ਹੇ ਤੋਂ ਪਹਿਲਾਂ ਹੀ ਵੱਡੇ ਤੜਕੇ ਭਾਈ ਸਾਹਿਬ ਜੀ ਉੱਠ ਕਰ ਪੂਰਬ ਮੂੰਡ ਮੁੰਡਾਏ ਕੈ। ਇਸ਼ਨਾਨ ਪਾਣ ਕੀਤਾ, ਆਪਦਾ ਭਜਨ ਬੰਦਗੀ ਕੀਤਾ, ਤੇ ਮੂੰਹ ਸਿਰ ਆਪਦਾ ਹੀ ਮੁੰਨ ਕਰਕੇ ਮੁਖ ਕੀਨ ਸਕਾਰਾ। ਤੇ ਮੁੱਖ ਆਪਦਾ ਇਹਨਾਂ ਨੇ ਕਾਲਾ ਕਰ ਲਿਆ ਹੈ, ਮੂੰਹ ਤੇ ਕਾਲਖ ਮਲ ਲਈ ਹੈ। ਗਰਧਪ ਕਰ ਭਾਰਾ ਲਿਓ। ਪਹਾੜਾ ਦੇ ਕੇ ਤੇ ਘੁਮਿਆਰਾਂ ਤੋਂ 1-2 ਦਿਨ ਵਾਸਤੇ ਗਧਾ ਵੀ ਜਿਹੜਾ ਪਹਾੜੇ ਤੇ ਲੈ ਆਂਦਾ ਹੈ। ਹੋਏ ਤਿਸ ਅਸਵਾਰੋ। ਉਸ ਗਧੇ ਤੇ ਮੂੰਹ ਕਾਲਾ ਕਰਕੇ ਭਾਈ ਲੱਦਾ ਜੀ ਚੜ੍ਹ ਬੈਠੇ ਹਨ। ਸੰਗ ਢੋਲ ਬਜਵਾਇਓ। ਇੱਕ ਪਹਾੜੇ ਤੇ ਢੋਲੀ ਕਰ ਲਿਆ ਹੈ, ਉਹ ਨਾਲ ਤੁਰਿਆ ਜਾਂਦਾ ਹੈ, ਉਹ ਢੋਲ ਵਜਾ ਰਿਹਾ ਹੈ। ਨਰ ਪਿਖ ਹੈ ਹਜ਼ਾਰੋਂ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਦੋਂ ਭਾਈ ਲੱਦਾ ਜੀ ਘਰੋਂ ਨਿਕਲੇ, ਗਧੇ ਤੇ ਚੜ੍ਹ ਕੇ ਮੂੰਹ ਕਾਲਾ ਕੀਤਾ ਹੋਇਆ, ਮਗਰੇ ਦੋਵੇਂ ਭਰਾ ਤੁਰੇ ਆਉਂਦੇ ਆ, ਅੱਗੇ ਢੋਲ ਵਾਲਾ ਲੱਗਿਆ। ਸਭ ਪਾਸੇ ਜਦੋਂ ਢੋਲ ਦੇ ਡੰਕੇ ਪੈਂਦੇ ਆ, ਲੋਕ ਇਕੱਠੇ ਹੋ ਕੇ ਵੇਖਦੇ ਹਨ। ਮਗ ਨਿਸਬਾਸ ਗੁਰ ਕੀ ਪੁਰੀ। ਤੇ ਇਸ ਤਰ੍ਹਾਂ ਪਹਿਲਾਂ ਦੱਸਦੇ ਲਾਹੌਰ ਸਾਰੇ ਦੇ ਗੇੜੇ ਦਿੱਤੇ, ਫਿਰ ਲਾਹੌਰ ਤੋਂ ਭਾਈ ਲੱਦਾ ਜੀ ਚੱਲੇ ਐ ਸਤਿਗੁਰਾਂ ਦੀ ਪੁਰੀ ਅੰਮ੍ਰਿਤਸਰ ਸਾਹਿਬ ਨੂੰ, ਗਧੇ ਤੇ ਚੜ੍ਹ ਕੇ ਤੁਰੇ ਜਾ ਰਹੇ ਐ। ਆਗਲ ਦਿਨ ਆਇਓ। ਤੇ ਇੱਕ ਰਾਤ ਰਾਹ 'ਚ ਟਿਕੇ ਐ, ਫਿਰ ਤੁਰੇ ਐ। ਅਗਲਾ ਦਿਨ ਜਦੋਂ ਚੜ੍ਹ ਆਇਆ ਹੈ, ਇੱਕ ਰਾਤ ਰਹਿ ਕੇ ਦੂਜੇ ਦਿਨ ਪਹੁੰਚੇ ਹਨ। ਪ੍ਰਥਮ ਪ੍ਰਕਰਮਾ ਨਗਰ ਕੀ। ਪਹਿਲਾਂ ਸਾਰਾ ਸ਼ਹਿਰ ਜਿਹੜਾ ਅੰਮ੍ਰਿਤਸਰ ਸਾਹਿਬ ਹੈ,
ਗਧੇ ਤੇ ਚੜ੍ਹ ਕੇ ਭਾਈ ਲੱਦਾ ਜੀਆਂ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ, ਗੇੜਾ ਕੱਢਿਆ ਹੈ। ਕਰ ਕੈ ਪਰ ਵਿਸ਼ਾਇਓ ਫੇਰ ਦਰਵਾਜ਼ਿਆਂ ਥਾਣੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਹਨ। ਕੌਤਕ ਹੇਤ ਬਿਲੋਕ ਬੇ ਤੇ ਗਲੀਆਂ ਵਿੱਚ ਭਾਈ ਲੱਦਾ ਜੀ ਗਧੇ ਤੇ ਚੜੇ ਹੋਏ ਐ। ਇਹ ਕੌਤਕ ਹੈਰਾਨ ਅਸਚਰਜ ਜੀ ਕਰਿਆ ਭਾਈ ਸਾਹਿਬ ਦੀ ਵੇਖਣ ਵਾਸਤੇ। ਨਰ ਭੇ ਸਮੁਦਾਇਆ ਮਗਰ ਬੱਚੇ ਲੱਗੇ ਹੋਏ ਐ ਬੜੇ, ਜਿਹੜੇ ਵੈ ਉਹ ਅੰਮ੍ਰਿਤਸਰ ਸਾਹਿਬ ਦੀ ਸੰਗਤ, ਹੋਰ ਅੰਮ੍ਰਿਤਸਰ ਸਾਹਿਬ ਦੇ ਦੂਜੇ ਤੀਜੇ ਲੋਕ, ਚਾਰ ਚਫੇਰੇ ਗਲੀਆਂ ਭਰੀਆਂ ਹੋਈਆਂ, ਛੱਤਾਂ ਤੇ ਚੜ ਲੋਕ ਵੇਖਦੇ ਆ। ਗਰੀ ਗਰੀ ਫਿਰ ਨਗਰ ਮਹਿ ਤੇ ਸਾਰੇ ਅੰਮ੍ਰਿਤਸਰ ਸਾਹਿਬ ਦੀ ਕੱਲੀ ਕੱਲੀ ਗਲੀ ਵਿੱਚ ਭਾਈ ਸਾਹਿਬ ਨੇ ਗੇੜੇ ਕੱਢੇ ਹਨ। ਨਿਜ ਬੇਖ ਦਿਖਾਇਆ ਤੇ ਆਪਦਾ ਵੇਖ ਵਿਖਾ ਰਹੇ ਆ ਵੀ ਅਸੀਂ ਮਹਾਰਾਜ ਦਾ ਬਚਨ ਪੂਰਾ ਕਰ ਦਿੱਤਾ ਹੈ। ਜੇ ਇਹਨਾਂ ਦੀ ਸਿਫਾਰਿਸ਼ ਕਰਨ ਆਏ ਆ ਤੇ ਅਸੀਂ ਮੂੰਹ ਵੀ ਕਾਲਾ ਕਰ ਲਿਆ ਹੈ। ਨਰ ਨਾਰੀ ਬਾਲਕ ਤਰਨ ਤੇ ਬੜੀਆਂ ਜਿਹੜੀਆਂ ਇਸਤਰੀਆਂ ਮਨੁੱਖ ਵੇਖਦੇ ਆ, ਬੱਚੇ ਬੁੱਢੇ ਇਹਨਾਂ ਨੂੰ ਵੇਖਦੇ ਹਨ। ਬ੍ਰਿਧ ਸਕਲ ਨਿਹਾਰਾ ਸਾਰਿਆਂ ਨੇ ਭਾਈ ਸਾਹਿਬ ਲੱਦਾ ਜੀ ਦੀ ਹਾਲਤ ਵੇਖੀ, ਗਧੇ ਤੇ ਚੜਨ ਵਾਲੀ, ਢੋਲ ਵੱਜਦਾ ਹੈ, ਬੱਚੇ ਮਗਰ ਹਨ, ਮੂੰਹ ਕਾਲਾ ਕੀਤਾ, ਸਭ ਵੇਖ ਵੇਖ ਹੈਰਾਨ ਹਨ। ਜਸ ਪਸਰਿਓ ਸਭ ਤਨ ਕਹੈ ਪਰ ਵਡਿਆਈ ਹੋ ਰਹੀ ਫਿਰ ਵੀ ਸਿੱਖ ਦੀ, ਕਿਉਂਕਿ ਪਰਉਪਕਾਰ ਕੀਤਾ ਹੈ ਨਾ। ਕਹਿੰਦੇ ਵਾਹ ਭਾਈ, ਧੰਨ ਹਨ ਗੁਰੂ ਕੇ ਸਿੱਖ ਭਾਈ ਲੱਦਾ ਜੀ ਵਰਗੇ। ਕੀ ਵੱਡ ਉਪਕਾਰਾ ਬੜੇ ਪਰਉਪਕਾਰੀ ਦੁਨੀਆ ਤੇ ਸੁਣੇ ਐ, ਪਰ ਇਹੋ ਜਿਹਾ ਪਰਉਪਕਾਰੀ ਸੰਸਾਰ ਤੇ ਪਹਿਲੀ ਵਾਰੀ ਵੇਖਿਆ ਹੈ। ਆਪਦੇ ਕੰਮ ਤਾਂ ਸਾਰੇ ਹੀ ਸਿੱਧ ਕਰਦੇ ਆ, ਕਿਸੇ ਦੇ ਖਾਤਰ ਮੂੰਹ ਕਾਲਾ ਕੌਣ ਕਰਵਾਉਂਦਾ। ਸਭ ਸੰਗਤਾਂ ਧੰਨ ਧੰਨ ਕਰਦੀਆਂ, ਧੰਨ ਭਾਈ ਲੱਦਾ ਜੀ, ਬੜੇ ਵੱਡੇ ਪਰਉਪਕਾਰੀ ਹੋ। ਕੌਣ ਸਕੈ ਕਰ ਇਸ ਵਿਧੀ ਇਸ ਤਰ੍ਹਾਂ ਨਹੀਂ ਕੋਈ ਕਰ ਸਕਦਾ। ਵੱਡੇ ਵੱਡੇ ਪਰਉਪਕਾਰੀ ਹੋਏ ਪਰ ਭਾਈ ਲੱਦਾ ਜੀ ਵਰਗਾ ਪਰਉਪਕਾਰੀ ਹੋਰ ਨਹੀਂ ਕੋਈ ਹੋ ਸਕਦਾ। ਪਰ ਹੇਤ ਵਿਸਾਲਾ ਵੀ ਕਿਸੇ ਵਾਸਤੇ ਆਪਦਾ ਮੂੰਹ ਕਾਲਾ ਕਰਾਵੇ, ਆਪਦੀ ਬੇਪਤੀ ਕਰਾਵੇ, ਗਧੇ ਤੇ ਚੜੇ, ਢੋਲ ਵਜਵਾਵੇ, ਆਪਦੀ ਖਿੱਲੀ ਉਡਾਵੇ, ਇੱਜ਼ਤ ਗਵਾਵੇ, ਹੋਰ ਨਹੀਂ ਐਸਾ ਕੋਈ। ਧੰਨ ਗੁਰੂ ਕੇ ਸਿੱਖ ਹੈ ਸੰਗਤ ਬੋਲਦੀ ਅੰਮ੍ਰਿਤਸਰ ਸਾਹਿਬ ਦੀ, ਹੇ ਗੁਰੂ ਰਾਮਦਾਸ, ਧੰਨ ਆ ਤੁਹਾਡੇ ਸਿੱਖ ਹਨ ਸੱਚੇ ਪਾਤਸ਼ਾਹ ਜੀ, ਜੋ ਪਰਮ ਕਿਰਪਾਲਾ, ਜਿਹੜੇ ਵੱਡੀ ਕਿਰਪਾ ਕਰਨ ਵਾਲੇ ਐ, ਇੱਕ ਦੂਜੇ ਦਾ ਬਾਂਹ ਫੜਨ ਵਾਲੇ ਐ, ਟੁੱਟੇ ਹੋਏ ਸਿੱਖਾਂ ਨੂੰ ਜੋੜਨ ਵਾਲੇ। ਲਾਭ ਹਾਨ ਪਤ ਆਪਣੀ ਹਾਂ, ਨਾ ਲਾਭ ਦੀ ਕੋਈ ਫਿਕਰ ਹੈ, ਫਾਇਦਾ ਨਾ ਨੁਕਸਾਨ ਵੇਖਦੇ ਐ, ਨਾ ਆਪਦੀ ਇੱਜ਼ਤ ਵੇਖਦੇ ਹਨ। ਨਹਿ ਨੈਕ ਵਿਚਾਰਾ ਥੋੜੇ ਮਾਤਰ ਵੀ ਨਹੀਂ ਆਪਦਾ ਚੰਗਾ ਮਾੜਾ ਨਹੀਂ ਵਿਚਾਰਿਆ ਭਾਈ ਲੱਦਾ ਜੀ ਵਰਗਿਆਂ ਨੇ। ਪੂਰਨ ਸ਼੍ਰੀ ਗੁਰਬਾਕ ਕੋ ਤੇ ਪਹਿਲਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦਾ ਮੂੰਹ ਕਾਲੇ ਕਰਨ ਵਾਲਾ ਜਿਹੜਾ ਬਚਨ ਹੋਇਆ ਸੀ, ਮੈਂ ਵੇਖ ਸੁਧਾਰਾ, ਉਹ ਪੂਰਾ ਕੀਤਾ ਤੇ ਗਧੇ ਤੇ ਚੜ ਕੇ ਉਹੀ ਵੇਸ ਬਣਾ ਲਿਆ ਜਿਸ ਦੀ ਗੱਲ ਸਤਿਗੁਰਾਂ ਕੀਤੀ ਸੀ। ਢੋਲ ਵੱਜੇ ਸੁਣ ਸ਼ਬਦ ਕੋ ਇਸ ਤਰ੍ਹਾਂ ਸਾਧ ਸੰਗਤ ਜੀ, ਫਿਰ ਜਦੋਂ ਢੋਲ ਵੱਜਦਾ ਹੈ ਨਾ, ਬੜੀ ਦੂਰ ਤੱਕ ਆਵਾਜ਼ ਜਾਂਦੀ ਹੈ। ਹੇ ਰਹਿ ਨਰ ਨਾਰੀ ਘਰਾਂ ਚੋਂ ਬਾਹਰ ਆਣ ਕੇ ਅੰਮ੍ਰਿਤਸਰ ਸਾਹਿਬ ਦੇ ਲੋਕ ਸੰਗਤਾਂ ਵੇਖਦੇ ਆ। ਗਰੀ ਗਰੀ ਫਿਰ ਸਭ ਪੂਰੀ ਸਾਰੀਆਂ ਗਲੀਆਂ ਗਲੀਆਂ ਵਿੱਚ ਫਿਰਦੇ ਹੋਏ ਸਿੱਖ ਪਰ ਉਪਕਾਰੀ ਭਾਈ ਲੱਦਾ ਜੀ ਪਰਉਪਕਾਰੀ ਵਰਗੇ ਮਹਾਨ ਸਿੱਖ ਸੂਰਮੇ। ਥੜੇ ਸੁਹਾਵਤ ਗੁਰੂ ਜੀ। ਇਧਰ ਕਿਸੇ ਨੇ ਦੱਸਿਆ ਭਾਈ ਲੱਦਾ ਜੀ ਨੂੰ ਵੀ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਥੜੇ ਤੇ ਬੈਠੇ ਹੋਏ ਐ, ਦੁੱਖ ਭੰਜਨ ਬੇਰ ਸਾਹਿਬ ਲਾਗੇ। ਇਮ ਸੁਨ ਕੈ ਕਾਨਾ ਇਸ ਤਰ੍ਹਾਂ ਦੀ ਗੱਲ ਕੰਨਾਂ ਵਿੱਚ ਸੁਣ ਕੇ ਭਾਈ ਲੱਦਾ ਜੀ ਨੇ ਤਿਤ ਕੋ ਗਰਧਪ ਪ੍ਰੇਰਕੈ ਤੇ ਗਧਾ ਉਧਰ ਨੂੰ ਮੋੜ ਲਿਆ ਜਿੱਧਰ ਸੱਚੇ ਪਾਤਸ਼ਾਹ ਜੀ ਬੈਠੇ, ਪੂਰਬ ਵਾਲੀ ਬਾਹੀ ਨੂੰ। ਤਿਤ ਕੋ ਗਰਧਪ ਪ੍ਰੇਰਕੈ ਉਸ ਪਾਸੇ ਗਧਾ ਮੋੜ ਲੈਣਾ ਕੀਤਾ ਹੈ। ਆਇਓ ਸਮੁਹਾਨਾ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਲਿਆ ਸਾਹਮਣੇ, ਜਿੱਧਰ ਸੱਚੇ ਪਾਤਸ਼ਾਹ ਬੈਠੇ ਹੈ, ਉਸ ਪਾਸੇ ਜਿਹੜਾ ਹੈ ਭਾਈ ਲੱਦਾ ਜੀਆਂ ਲਿਆਣ ਗਧਾ ਖੜਾ ਕੀਤਾ ਹੈ। ਦੋਹਰਾ ਲੱਦਾ ਪਰ ਉਪਕਾਰ ਹਿਤ। ਕਵੀ ਜੀ ਕਹਿੰਦੇ ਰਦਰ ਧੰਨ ਬਾਬਾ ਲੱਦਾ ਜੀ ਪਰਉਪਕਾਰੀ, ਜਿਹੜੇ ਸੱਤੇ ਤੇ ਬਲਵੰਡ ਨੂੰ, ਟੁੱਟੇ ਹੋਇਆਂ ਨੂੰ ਜੋੜਨ ਆਏ ਹੈ, ਇਹਨਾਂ ਦੇ ਉੱਪਰ ਭਾਰੀ ਪਰਉਪਕਾਰ ਕਰਨ ਵਾਸਤੇ। ਸ਼ੰਕ ਨਹੀਂ ਮਨ ਕੀਨ ਇਹਨਾਂ ਦਾ ਭਲਾ ਕਰਨ ਵਾਸਤੇ ਸ਼ੰਕਾ ਨਹੀਂ ਮਨ ਵਿੱਚ ਕੀਤੀ ਵੀ ਮੇਰਾ ਕੀ ਬਣੇਗਾ, ਵੀ ਮੇਰੀ ਇੱਜ਼ਤ ਕੀ ਰਵੇਗੀ, ਕਿਉਂਕਿ ਮੂੰਹ ਕਾਲਾ ਹੋ ਜਾਣਾ ਖਾਲਸਾ ਜੀ,
ਹੁਣ ਤੇ ਉਹਨਾਂ ਸਮਿਆਂ ਵਿੱਚ ਵੀ ਬਹੁਤ ਵੱਡੀ ਸਜ਼ਾ ਇਹਨੂੰ ਨਸ਼ਰ ਕਰਨ ਆਖਿਆ ਜਾਂਦਾ ਸੀ। ਤੋ ਇਹਨਾਂ ਨੇ ਮਾਸਾ ਵੀ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਹੈ। ਇਨ ਕੋ ਬਖਸ਼ਹਿ ਸ੍ਰੀ ਗੁਰੂ। ਤੇ ਮਨ ਵਿੱਚ ਵਿਚਾਰਿਆ ਵੀ ਜੇ ਸੱਚੇ ਪਾਤਸ਼ਾਹ ਜੀ ਨਾ ਦੋ ਭਰਾਵਾਂ ਨੂੰ ਬਖਸ਼ ਦੇਣ ਤਾਂ ਕਿਆ ਮੇਰੋ ਹੋਏ ਹੀਨ। ਤੇ ਮੇਰਾ ਕੀ ਘਸ ਚੱਲਿਆ ਹੈ, ਮੇਰਾ ਕੀ ਵਿਗੜ ਜਾਵੇਗਾ ਮੇਰੇ ਕਹਿਣ ਨਾਲ ਜੇ ਇਹ ਸਿੱਖ ਬਖਸ਼ੇ ਜਾਂਦੇ ਆ। ਸੈਵਈਆ ਚੰਦ ਸੀਸ ਮੁੰਡਾਏ ਬਾਲ ਪੁਨ ਬਿਰਦੈ। ਹਾਂ, ਵਿਚਾਰਦੇ ਆ ਭਾਈ ਸਾਹਿਬ ਜੀ ਜਿਹੜਾ ਸੀਸ ਮੂੰਹ ਸਿਰ ਮੁੰਨਿਆ ਹੈ, ਇਹ ਕੇਸਾਂ ਦਾ ਕੀ ਕੁਝ ਸਮੇਂ ਬਾਅਦ ਫੇਰ ਵੱਧ ਜਾਣੇ ਨੇ। ਮੁਖ ਕਾਰੋ ਲਿਓ ਨੀਰਪਖਾਰ। ਤੇ ਕਾਲਾ ਮੂੰਹ ਜਿਹੜਾ ਹੋਇਆ ਹੈ ਇਹਦਾ ਵੀ ਕੀ ਹੈ, ਫਿਰ ਜਲ ਦੇ ਨਾਲ ਧੋ ਲੈਣਾ ਕਰਾਂਗਾ। ਪਰ ਕਾਰਜ ਕਾਇਆ ਜੇ ਆਵੈ। ਪਰ ਜੇ ਮੇਰਾ ਸਰੀਰ ਗੁਰੂ ਕੇ ਸਿੱਖਾਂ ਨੂੰ ਮੇਲਣ ਵਾਸਤੇ ਕੰਮ ਆ ਜਾਵੇ, ਗੁਰੂ ਤੇ ਸਿੱਖ ਨੂੰ ਮਿਲਾ ਦੇਣ ਦੇ ਕੰਮ ਆਉਂਦਾ ਹੈ। ਸਫਲ ਜਨਮ ਹੋਵਹਿ ਤਿਸ ਬਾਰ। ਤੇ ਅਸੀਂ ਜਾਣਾਂਗੇ ਸਾਡਾ ਜਨਮ ਸਫਲ ਹੈ, ਮਨੁੱਖਾ ਦੇਹੀ ਧਾਰੀ ਸਾਡੀ ਸਫਲੀ ਹੈ। ਹਿਰਦੈ ਬਿਖੈ ਚਿਤ ਵਹਿ ਉਪਕਾਰ ਹੈ। ਇਸ ਤਰ੍ਹਾਂ ਖਾਲਸਾ ਜੀ ਇਹ ਭਾਈ ਲੱਦਾ ਜੀ ਮਨ ਵਿੱਚ ਵਿਚਾਰਦੇ ਵੀ ਚਲੋ ਮੂੰਹ ਕਾਲੇ ਦਾ ਕੀ ਧੋ ਲਵਾਂਗੇ, ਗਧੇ ਤੇ ਚੜਿਆ ਬੇਪਤੀ ਦਾ ਕੀ ਹੈ, ਵਾਪਸ ਆ ਜਾਊਗੀ ਨਾ ਵੀ ਆਊਗੀ, ਸਾਡਾ ਸਰੀਰ ਸਫਲ ਹੈ ਜੇ ਗੁਰੂ ਤੇ ਸਿੱਖ ਮਿਲ ਜਾਣ, ਟੁੱਟਿਆ ਹੋਇਆਂ ਨੂੰ ਜੋੜ ਦਈਏ ਮਹਾਰਾਜ ਦੇ ਨਾਲ। ਤੋ ਇਸ ਤਰ੍ਹਾਂ ਦੀਆਂ ਗੱਲਾਂ ਭਾਈ ਸਾਹਿਬ ਜੀ ਹਿਰਦੇ ਵਿੱਚ ਚਿਤਵਦੇ ਆ। ਸਤ ਗੁਰ ਚਰਨ ਪ੍ਰੇਮ ਕੋ ਧਾਰ। ਹਿਰਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਧਾਰਿਆ ਹੈ। ਅਧਿਕ ਭੀੜ ਸੰਗ ਢੋਲ ਬਜਤ ਬੱਡ। ਤੋ ਖਾਲਸਾ ਜੀ ਭੀੜ ਬਹੁਤ ਹੈ, ਢੋਲ ਵੱਜਦਾ ਹੈ ਅੱਗੇ ਅੱਗੇ। ਭਾਈ ਸਾਹਿਬ ਜੀ ਦੇ ਗਧੇ ਤੇ ਚੜਿਆ ਹੋਣ ਕਰਕੇ ਮੂੰਹ ਕਾਲਾ ਕੀਤਾ ਹੈ, ਚਾਰ ਚਫੇਰੇ ਬੜੀ ਭੀੜ ਲੱਗੀ ਹੈ। ਬੱਡ ਸ਼ੋਰ ਹੋਤ ਬੋਲਤ ਨਾਰ ਨਾਰ। ਤੇ ਬੜਾ ਤਾੜੀਆਂ ਵੱਜਦੀਆਂ, ਜਿਹੜੇ ਕੋ ਬੱਚੇ ਆ ਉਹ ਮਗਰ ਲੱਗੇ ਹੋਏ ਆ, ਬੜਾ ਢੋਲ ਢਮੱਕਾ ਹੋਣ ਕਰਕੇ ਦੂਰ ਦੂਰ ਤੱਕ ਆਵਾਜ਼ ਸਭ ਅੰਮ੍ਰਿਤਸਰ ਸ਼ਹਿਰ ਵਿੱਚ ਸੁਣਦੀ ਹੈ। ਆਇਓ ਨਿਕਟ ਸੁਨੀ ਤੋਨ ਸ਼੍ਰੀ ਗੁਰ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੇ ਇੱਧਰ ਲਾਗੇ ਵਾਲੇ ਪਾਸੇ ਆਇਆ ਨਾ, ਭਾਈ ਲੱਦਾ ਜੀ ਗਧੇ ਤੇ ਚੜੇ ਹੋਏ ਆਏ, ਮਗਰ ਬੜੇ ਲੋਕ ਬੱਚੇ ਰੌਲਾ ਪਾਉਂਦੇ ਆ, ਉਹਦੀ ਆਵਾਜ਼ ਸਤਿਗੁਰਾਂ ਨੂੰ ਜਦੋਂ ਸੁਣੀ ਹੈ। ਬੂਝਣ ਲੱਗੇ ਲੋਕ ਜੇ ਤੀਰ। ਜਿਹੜੇ ਮਹਾਰਾਜ ਦੇ ਲਾਗੇ ਸੰਗਤਾਂ ਸਨ ਨਾ, ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਨੂੰ ਪੁੱਛਣ ਲੱਗ ਪਏ ਆ, ਕੋ ਆਵਤ ਬੱਡ ਸ਼ੋਰ ਮਚਾਵਤ। ਮਹਾਰਾਜ ਕਹਿੰਦੇ ਇੱਧਰ ਕੌਣ ਆਉਂਦਾ ਭਾਈ ਪੂਰਬ ਵਾਲੇ ਪਾਸਿਓਂ, ਢੋਲ ਵੱਜਦਾ ਹੈ, ਬੜਾ ਸ਼ੋਰ ਸ਼ਰਾਬਾ ਮਚਾਇਆ ਜਾ ਰਿਹਾ, ਬੜੇ ਰੌਲੇ ਪੈ ਰਹੇ ਹਨ। ਢੋਲ ਬਜਾਵਤ ਲਖੀਅਤ ਭੀਰ। ਜਾਣਿਆ ਜਾਂਦਾ ਵੀ ਬੜੀ ਭੀੜ ਲੱਗੀ ਹੋਈ ਹੈ, ਕੌਣ ਇੰਨਾ ਢੋਲ ਵਜਾ ਕੇ ਖੜਾਕਾ ਕਰ ਰਿਹਾ ਹੈ। ਕੌਣ ਦੇਸ਼ ਕੀ ਸੰਗਤ ਹੈ ਇਹ। ਤੇ ਕਿ ਕਿਸੇ ਦੇਸ਼ ਦੀ ਸੰਗਤ ਆਈ ਹੈ, ਵੇਖੋ ਖਾਂ ਜਰਾ ਸਿੱਖਾਂ ਨੂੰ। ਮਹਾਰਾਜ ਕਹਿੰਦੇ ਇੰਨਾ ਢੋਲ ਵੱਜਦਾ ਹੈ, ਕਿਹੜੇ ਦੇਸ਼ ਦੀ ਸੰਗਤ ਆਈ ਹੋਈ ਹੈ। ਸਭ ਲੱਖ ਪੁੱਛਤ ਗੁਨੀ ਗਹੀਰ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਵੀ ਜੀ ਕਹਿੰਦੇ ਭਲਾ ਪਤਾ ਨਹੀਂ, ਸੱਚੇ ਪਾਤਸ਼ਾਹ ਜਾਣਦੇ ਸਾਰਾ ਕੁਝ ਹੀ ਹੈ ਵੀ ਭਾਈ ਲੱਦਾ ਜੀ ਆਏ ਹੋਣੇ, ਹੋਰ ਕੌਣ ਐਡਾ ਪਰਉਪਕਾਰ ਕਰਨ ਵਾਲਾ ਸਿੱਖ ਹੈ ਸੰਸਾਰ ਤੇ। ਜਾਣਦਿਆਂ ਹੋਇਆਂ ਵੀ ਮਹਾਰਾਜ ਸਿੱਖਾਂ ਤੋਂ ਪੁੱਛ ਰਹੇ ਆ। ਹਾਥ ਜੋਰ ਸਿੱਖ ਕਹੀ ਭਾਰਤਾ। ਤੇ ਇੱਕ ਸਿੱਖ ਨੇ ਖਾਲਸਾ ਜੀ ਹੱਥ ਜੋੜੇ, ਗਰੀਬ ਨਵਾਜ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ, ਸਭ ਗੱਲਬਾਤ ਦੱਸੀ ਹੈ। ਸਿੱਖੀ ਧਨ ਸਿਦਕ ਪ੍ਰਭ ਧੀਰ। ਇਹ ਧੀਰਜ ਧਾਰੀ ਗੁਰੂ ਅਰਜਨ ਦੇਵ ਪਾਤਸ਼ਾਹ, ਮਹਾਰਾਜ ਤੁਹਾਡੀ ਸਿੱਖੀ ਧਨ ਹੈ, ਸੱਚੇ ਪਾਤਸ਼ਾਹ ਤੁਹਾਡੇ ਸਿੱਖ ਧਨ ਹਨ। ਲੱਧਾ ਗੁਰਮੁਖ ਪਰ ਉਪਕਾਰੀ। ਸਤਿਗੁਰੂ ਤੁਹਾਡਾ ਗੁਰਮੁਖ ਪਿਆਰਾ ਲਾਹੌਰ ਵਾਲਾ ਲੱਧਾ ਹੈ, ਜਿਹਨੂੰ ਪਰਉਪਕਾਰੀ ਆਖਦੇ ਐ। ਬਾਖ ਗੁਰੂ ਤੇ ਬੇਖ ਬਣਾਏ। ਤੇ ਤੁਹਾਡਾ ਬਚਨ ਮਹਾਰਾਜ ਪੂਰਾ ਕਰਨ ਵਾਸਤੇ ਤੁਹਾਡੇ ਪਿਆਰੇ ਗੁਰਮੁਖ ਸਿੱਖ ਭਾਈ ਲੱਧਾ ਜੀ ਨੇ ਪਹਿਲਾਂ ਹੀ ਉਹ ਭੇਸ ਬਣਾਇਆ ਹੋਇਆ ਹੈ। ਗਧੇ ਔਰੂੜਿਓ ਕਰਮੁਖ ਕਾਰੋ। ਕੈਸਾ ਭੇਸ ਮਹਾਰਾਜ ਤੁਸੀਂ ਆਖਿਆ ਸੀ ਨਾ ਵੀ ਜਿਹੜਾ ਰਾਏ ਸੱਤੇ ਬਲਵੰਡ ਦੀ ਸਿਫਾਰਿਸ਼ ਕਰਨ ਆਵੇ ਦਾ ਮੂੰਹ ਕਾਲਾ ਕਰਕੇ ਗਧੇ ਤੇ ਭਾਵਾਂਗੇ। ਸੱਚੇ ਪਾਤਸ਼ਾਹ ਤੁਹਾਡੇ ਸਿੱਖ ਨੇ ਪਹਿਲਾਂ ਹੀ ਤੁਹਾਡਾ ਬਚਨ ਉਹ ਪੂਰਾ ਕੀਤਾ, ਸਿਫਾਰਿਸ਼ ਫੇਰ ਕਰਾਂਗਾ, ਪਹਿਲਾਂ ਬਚਨ ਪੂਰਾ ਕੀਤਾ।
ਗਧੇ ਤੇ ਚੜੇ ਹੋਏ ਹਨ, ਮੁੱਖ ਉਹਨਾਂ ਕਾਲਾ ਕੀਤਾ ਹੋਇਆ ਹੈ। ਸੀਸ ਮੁੰਡਾਏ ਢੋਲ ਬਜਵਾਏ, ਮੂੰਹ ਸਿਰ ਮਨਾਇਆ ਤੇ ਢੋਲ ਵੱਜਦਾ ਚਾਰ ਚਫੇਰੇ ਹੀ। ਫੇਰਿਓ ਨਗਰ ਤਿਸ ਕੇ ਹਿਤ ਹੇਰਨ, ਤੇ ਤੁਸੀਂ ਮਹਾਰਾਜ ਆਖਿਆ ਸੀ ਨਾ ਕਿ ਅਸੀਂ ਮੂੰਹ ਕਾਲਾ ਕਰਕੇ ਸਾਰੇ ਅੰਮ੍ਰਿਤਸਰ ਦੀਆਂ ਗਲੀਆਂ 'ਚ ਫੇਰਾਂਗੇ। ਭਾਈ ਲੱਦਾ ਜੀ ਤੜਕੇ ਦੇ ਹੀ ਢੋਲ ਵਜਾਉਂਦੇ ਹੋਏ ਮੂੰਹ ਕਾਲਾ ਕਰਕੇ ਸਭ ਸ਼ਹਿਰ ਦੀਆਂ ਗਲੀਆਂ ਵਿੱਚ ਫਿਰ ਰਹੇ ਹਨ। ਆਵਤ ਲੋਕ ਬ੍ਰਿੰਦ ਬਿਸਮਾਏ, ਤੇ ਭਾਈ ਲੱਦਾ ਜੀ ਨੂੰ ਵੇਖਣ ਵਾਸਤੇ ਬੜੀਏ ਦੂਰੋਂ ਦੂਰੋਂ ਲੋਕ ਆ ਰਹੇ ਐ। ਅੰਮ੍ਰਿਤਸਰ ਸਾਹਿਬ ਦੇ ਸਾਰੇ ਲੋਕ ਇਕੱਠੇ ਹੋਏ ਐ, ਗਧੇ ਦੇ ਪਿੱਛੇ ਲੱਗੇ ਹੋਏ ਵੇਖਦੇ ਨੇ। ਇਤ ਨੇ ਮਹਿ ਸਨ ਮੁਖ ਭਾਗੁਰ ਕੇ, ਇਹ ਸਿੱਖ ਅਜੇ ਦੱਸਦਾ ਹੀ ਪਿਆ ਸੀ ਮਹਾਰਾਜ ਨੂੰ, ਤੇ ਭਾਈ ਲੱਦਾ ਜੀ ਇੰਨੇ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਆਣ ਸਾਹਮਣੇ ਹੋਏ ਐ। ਦਰਸ਼ਨ ਦੇਖਤ ਪ੍ਰੇਮ ਬਧਾਏ, ਤੇ ਸਤਿਗੁਰਾਂ ਦੇ ਦਰਸ਼ਨ ਦੇਖਦਿਆਂ ਸਾਰ ਬਹੁਤ ਹਿਰਦੇ ਵਿੱਚ ਪ੍ਰੇਮ ਵੱਧ ਗਿਆ, ਨੇਤਰਾਂ ਵਿੱਚੋਂ ਜਲ ਵਗਦਾ ਹੈ। ਹਾਥ ਬੰਦ ਕਰ ਬੰਧਨ ਕੀਨਸ, ਹੱਥ ਜੋੜੇ ਭਾਈ ਲੱਦਾ ਜੀ ਨੇ, ਸਤਿਗੁਰਾਂ ਦੇ ਚਰਨੀ ਮੱਥਾ ਟੇਕਿਆ ਹੈ। ਪਦ ਆਰ ਬਿੰਦੈ ਦ੍ਰਿਸ਼ਟ ਲਗਾਏ, ਤੇ ਮਹਾਰਾਜ ਦੇ ਚਰਨਾਂ ਵੱਲ ਹੀ ਵੇਖੀ ਜਾਂਦਾ ਹੈ। ਭਾਈ ਲੱਦਾ ਜੀ ਤਾਂ ਨਹੀਂ ਸਿਰ ਚੁੱਕ ਰਹੇ ਐ। ਗਰਧਪ ਚੜਿਓ ਸਤਤ ਕੋ ਚਰਤ, ਤੇ ਜਾਂ ਸਾਧ ਸੰਗਤ ਜੀ ਇਹ ਕਵੀ ਜੀ ਕਹਿ ਰਹੇ ਆ ਕਿ ਭਾਈ ਲੱਦਾ ਜੀ ਮਹਾਰਾਜ ਦੇ ਸਾਹਮਣੇ ਆ ਗਏ ਤੇ ਗਧੇ ਤੋਂ ਨਹੀਂ ਉਤਰੇ, ਉਸੇ ਤਰ੍ਹਾਂ ਹੀ ਬੈਠੇ ਬਿਠਾਏ ਆ ਤੇ ਉੱਥੋਂ ਹੀ ਬੰਦਨਾ ਕਰ ਦਿੱਤੀ ਹੈ, ਸੀਸ ਝੁਕਾ ਕੇ ਤੇ ਮਹਾਰਾਜ ਦੇ ਚਰਨਾਂ ਵੱਲ ਵੇਖੀ ਜਾਂਦੇ। ਗਧੇ ਤੇ ਬੈਠੇ ਹੋਏ ਸਿਰ ਨੀਤਾਂ ਚੁੱਕਦੇ ਹਨ ਤੇ ਗਧੇ ਤੇ ਚੜੇ ਚੜਾਈ ਮਹਾਰਾਜ ਦੀ ਸੋਭਾ ਕਰਨ ਲੱਗ ਪਏ ਐ। ਕਿਰਪਾ ਨਿਧਾਨ ਨਾਮ ਤੁਮ ਗਾਏ, ਹਾਂ ਕਹਿੰਦੇ ਹੇ ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ, ਤੁਹਾਡਾ ਸਾਰਾ ਸੰਸਾਰ ਤੁਹਾਨੂੰ ਕਿਰਪਾ ਦੇ ਖਜ਼ਾਨੇ ਆਖਦਾ ਹੈ, ਤੁਸੀਂ ਸਭ ਤੇ ਕਿਰਪਾ ਕਰਨ ਵਾਲੇ ਹੋ। ਪਤਿਤਨ ਪਾਵਨ ਅਧਮ ਉਧਾਰਨ, ਮਹਾਰਾਜ ਨੀਚਾਂ ਨੂੰ ਪਵਿੱਤਰ ਕਰਨ ਵਾਲੇ ਹੋ, ਤੇ ਜਿਹੜੇ ਗਿਰੇ ਹੋਏ ਲੋਕ ਹੈ ਮਹਾਰਾਜ ਆਚਰਣ ਕਰਕੇ ਉਹਨਾਂ ਦਾ ਵੀ ਉਧਾਰ ਕਰਨ ਵਾਲੇ ਹੋ। ਗੁਰੂ ਗਰੀਬ ਨਿਵਾਜ ਅਲਾਏ, ਸਭ ਸੰਸਾਰ ਤੁਹਾਨੂੰ ਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਆਖਦਾ ਹੈ। ਦਾਸ ਬ੍ਰਿੰਦ ਬਖ ਸਿੰਧ ਬਿਲੰਦੇ, ਮਹਾਰਾਜ ਤੁਹਾਡੇ ਜਿੰਨੇ ਦਾਸ ਹੈ ਉਹ ਸਾਰਿਆਂ ਨੂੰ ਤੁਸੀਂ ਬੜੀ ਡਾਢੀ ਬਖਸ਼ਿਸ਼ਾਂ ਕਰਨ ਵਾਲੇ, ਬਖਸ਼ਿਸ਼ਾਂ ਦੇ ਦਾਤੇ ਹੋ। ਚੰਦ ਮਨਿੰਦ ਆਨੰਦ ਉਪਾਏ, ਆਪ ਜੀ ਸਤਿਗੁਰੂ ਚੰਦ ਦੇ ਤੁਲ ਹੋ ਤੇ ਆਨੰਦ ਦੇ ਪੈਦਾ ਕਰਨ ਵਾਲੇ। ਰਿਸ ਪਰ ਸੰਨਤਾ ਸਫਲ ਤੁਮਾਰੀ, ਹੇ ਗਰੀਬ ਨਵਾਜ, ਤੁਹਾਡਾ ਗੁੱਸਾ ਤੇ ਤੁਹਾਡੀ ਖੁਸ਼ੀ ਦੋਵੇਂ ਸਹਿਤ ਫਲਦੇ ਆ। ਤੁਹਾਡਾ ਗੁੱਸਾ ਵੀ ਫਲ ਦੇਣ ਵਾਲਾ ਸੱਚੇ ਪਾਤਸ਼ਾਹ, ਤੇ ਤੁਹਾਡਾ ਖੁਸ਼ੀ ਵੀ ਜਿਹੜੀ ਪ੍ਰਸੰਨਤਾ ਹੈ ਉਹ ਵੀ ਫਲ ਦੇਣ ਵਾਲੀ ਹੈ। ਛਿਮਹਾ ਪੂਲ ਨਿਜ ਦਾਸ ਪਛਾਨ, ਇਸ ਕਰਕੇ ਮਹਾਰਾਜ ਆਪਦੇ ਦਾਸ ਜਾਣ ਕੇ ਗਰੀਬ ਨਵਾਜ ਮੇਰੀ ਤੇ ਸੱਤਾ ਤੇ ਬਲਵੰਡ ਜੀ ਦੀ ਭੁੱਲ ਬਖਸ਼ ਦਿਓ ਜੀ। ਆਗੇ ਆਮਾਨ ਪ੍ਰਥਮ ਕੀ ਏਮ ਕੀ, ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਗਧੇ ਤੇ ਚੜ੍ਹਨ ਹੋਣ ਵਾਲੀ ਜਿਹੜੀ ਕਿਰਿਆ ਮਹਾਰਾਜ ਮੈਂ ਆਪ ਜੀ ਦੀ ਆਗਿਆ ਮੰਨ ਕੇ ਸਭ ਕੁਝ ਕੀਤਾ, ਵੀ ਤੁਹਾਡੀ ਆਗਿਆ ਪਹਿਲਾਂ ਮੰਨੀ ਗਰੀਬ ਨਵਾਜ, ਇਸ ਕਰਕੇ ਮੈਨੂੰ ਦਾਸ ਪਛਾਣ ਕੇ ਮੇਰੀ ਕੀਤੀ ਹੋਈ ਭੁੱਲ ਨੂੰ ਬਖਸ਼ੋ। ਤੁਹਾਡੀ ਆਗਿਆ ਮੰਨ ਕੇ ਪਹਿਲਾਂ ਮੈਂ ਇਹ ਗਧੇ ਤੇ ਚੜ੍ਹਨ ਦਾ ਮੂੰਹ ਕਾਲਾ ਕਰਨ ਦਾ ਕੰਮ ਕੀਤਾ ਹੈ। ਅਪਰ ਸਜਾਏ ਉਚਿਤ ਕੁਛ ਜਾਨ, ਤੇ ਬਾਕੀ ਮਹਾਰਾਜ ਜੀ ਅਜੇ ਵੀ ਜੇ ਮੇਰੀ ਭੁੱਲ ਬਹੁਤ ਵੱਡੀ ਹੈ, ਚਾਹੇ ਮੂੰਹ ਕਾਲਾ ਕਰਕੇ ਮੈਂ ਤੁਹਾਡਾ ਬਚਨ ਪਾਲ ਲਿਆ, ਪਰ ਅਜੇ ਵੀ ਮਹਾਰਾਜ ਮੇਰੀ ਗਲਤੀ ਬਹੁਤ ਵੱਡੀ ਹੈ। ਜੇ ਤੁਹਾਨੂੰ ਹੋਰ ਵੀ ਇਦੋਂ ਕੋਈ ਵੱਡੀ ਸਜ਼ਾ ਲੱਗਦੀ ਹੈ, ਸੋ ਦੀਜਹ ਨਹਿ ਦੇਰ ਕਰੀਜਹ, ਮਹਾਰਾਜ ਇਸ ਪਾਪੀ ਨੂੰ ਕੋਈ ਹੋਰ ਵੀ ਸਜ਼ਾ ਤੁਹਾਨੂੰ ਲੱਗਦੀ ਦੇਣ ਯੋਗ, ਉਹ ਵੀ ਸਜ਼ਾ ਦਿਓ ਸੱਚੇ ਪਾਤਸ਼ਾਹ ਜੀ, ਦੇਰ ਨਾ ਕਰੋ ਜੀ। ਪੁਨ ਮੈਂ ਅਰਜ ਗੁਜ਼ਾਰਨ ਠਾਨ, ਕਿਉਂਕਿ ਬਾਅਦ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਵੀ ਹੁਣੀ ਅਜੇ ਤਾਂ ਮੂੰਹ ਵੀ ਕਾਲਾ ਹੈ ਮਹਾਰਾਜ ਜੀ, ਮੈਂ ਗਧੇ ਤੇ ਵੀ ਚੜ੍ਹਿਆ ਹੋਇਆ ਹਾਂ, ਤੇ ਸੱਚੇ ਪਾਤਸ਼ਾਹ ਜੀ ਹੋਰ ਵੀ ਜੇ ਮੇਰੀ ਗਲਤੀ ਦੀ ਕੋਈ ਸਜ਼ਾ ਬਣਦੀ ਮੈਨੂੰ ਦੇ ਦਿਓ ਗਰੀਬ ਨਵਾਜ,
ਕਿਉਂਕਿ ਬਾਅਦ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ, ਫੇਰ ਨਾ ਆਖਣਾ ਸੱਚੇ ਪਾਤਸ਼ਾਹ। ਦੀਨ ਬੰਦ ਪ੍ਰਭ ਦਇਆ ਸਿੰਧ ਗੁਰ। ਕਿਉਂਕਿ ਮਹਾਰਾਜ ਦੀਨਾਂ ਦੇ ਆਪ ਜੀ ਸੰਬੰਧੀ ਹੋ, ਜੋੜ ਰੱਖਣ ਵਾਲੇ ਹੋ, ਦਇਆ ਦੇ ਸਮੁੰਦਰ ਹੋ, ਗੁਰੂ ਗਰੀਬ ਨਵਾਜ ਹੋ। ਬੁੱਧ ਅੰਧੇ ਕਾ ਦੇ ਦ੍ਰਿਗ ਗਿਆਨ। ਅਕਲ ਦੇ ਅੰਨਿਆਂ ਨੂੰ ਮਹਾਰਾਜ ਆਪ ਜੀ ਗਿਆਨ ਦੇ ਨੇਤਰ ਦੇਣ ਵਾਲੇ ਹੋ। ਸ਼੍ਰੀ ਅਰਜਨ ਅਵਲੋਕਨ ਕੀਨਸ। ਤੇ ਜਦੋਂ ਇਹ ਭਾਈ ਲੱਦਾ ਜੀ ਇਸ ਤਰ੍ਹਾਂ ਬੇਨਤੀਆਂ ਕਰਦੇ ਆ ਵੀ ਮਹਾਰਾਜ ਹੁਣ ਹੋਰ ਵੀ ਸਜ਼ਾ ਦੇਣੀ ਤੇ ਦੇ ਦਿਓ, ਮੈਂ ਤੁਹਾਨੂੰ ਇੱਕ ਬੇਨਤੀ ਕਰਨ ਆਇਆ ਹਾਂ, ਫਿਰ ਮੈਂ ਕਹਾਂਗਾ, ਪਹਿਲਾਂ ਤੁਸੀਂ ਆਪਦੀ ਜੋ ਸਜ਼ਾ ਮੈਨੂੰ ਬਣਦੀ ਮੈਨੂੰ ਦਿਓ। ਇਹ ਬਚਨ ਕਰਦੇ ਭਾਈ ਲੱਦਾ ਜੀ ਵੱਲ ਸਤਿਗੁਰੂ ਜੀਆਂ ਵੇਖ ਕਰਕੇ ਲੋਚਨ ਜਲ ਪੂਰਨ ਹੋਏ ਆਏ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੇਤਰਾਂ ਵਿੱਚ ਜਾਲ ਆ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਅੱਖਾਂ ਵਿੱਚ ਪਾਣੀ ਲੈ ਆਏ ਹਨ। ਗੁਰ ਮਾਰੇ ਕਾ ਸਿੱਖ ਬਚਾਵੈ। ਬੜੇ ਵਿਰਾਗ ਦੇ ਨਾਲ ਨੇਤਰਾਂ ਚੋਂ ਜਲ ਕੇਰਦਿਆਂ ਮਹਾਰਾਜ ਨੇ ਖੜੇ ਹੋ ਕੇ ਉਸ ਥੜਾ ਸਾਹਿਬ ਤੋਂ ਆਖਿਆ, ਉਹ ਭਾਈ ਲੱਦਾ ਜੀ, ਉਹ ਜਿਹਨੂੰ ਗੁਰੂ ਮਾਰ ਦਿੰਦਾ ਹੈ ਨਾ, ਉਹਨੂੰ ਸਿੱਖ ਬਚਾ ਲੈਂਦੇ ਆ। ਗੁਰੂ ਦੇ ਮਾਰੇ ਨੂੰ ਸਿੱਖ ਬਚਾਉਣ ਦੀ ਸਮਰੱਥਾ ਰੱਖਦੇ ਤੇਰੇ ਵਰਗੇ। ਸਿੱਖਿਓ ਮਾਰਹਿ ਤੇ ਸੋ ਨਹਿ ਕਿਤ ਥਾਏ। ਪਰ ਸਿੱਖ ਦੇ ਮਾਰੇ ਨੂੰ ਕਿਤੇ ਥਾਂ ਨਹੀਂ। ਗੁਰੂ ਦੇ ਮਾਰੇ ਨੂੰ ਸਿੱਖ ਬਚਾ ਸਕਦਾ ਹੈ, ਪਰ ਸਿੱਖ ਦੇ ਮਾਰੇ ਨੂੰ ਗੁਰੂ ਨਹੀਂ ਬਚਾ ਸਕਦਾ। ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਵੀ ਸਿੱਖ ਗੁਰੂ ਅਸੀਂ ਬਚਨ ਕੀਤਾ ਤੁਸੀਂ ਬਖਸ਼ਾ ਸਕਦੇ ਹੋ, ਪਰ ਤੁਹਾਡੇ ਵਰਗਿਆਂ ਦੇ ਮੁਖੋਂ ਬਚਨ ਨਿਕਲਿਆ ਹੋਇਆ ਉਹ ਕਿਤੇ ਨਹੀਂ ਬਖਸ਼ਿਆ ਜਾ ਸਕਦਾ। ਗੁਰੂ ਦੇ ਮਾਰੇ ਬਖਸ਼ੇ ਜਾਂਦੇ ਆ ਭਾਈ ਲੱਦਾ ਜੀ, ਸਿੱਖਾਂ ਦੇ ਮਾਰੇ ਕਦੇ ਬਖਸ਼ੇ ਨਹੀਂ ਜਾਂਦੇ ਆ। ਤਪਤ ਹਤ ਹੈ ਤਾਰ ਜਲ ਮਿਲ ਜੀਵੈ। ਜੇ ਕੋਈ ਰੁੱਖ ਸੁੱਕਦਾ ਪਿਆ ਹੈ ਧੁੱਪ ਦੇ ਨਾਲ ਪਾਣੀ ਤੋਂ ਬਿਨਾਂ, ਸੁੱਕਦੇ ਹੋਏ ਰੁੱਖ ਨੂੰ ਪਾਣੀ ਪਾ ਦਈਏ, ਸੁੱਕਾ ਰੁੱਖ ਹਰਿਆ ਹੋ ਸਕਦਾ ਹੈ। ਜਲ ਤੇ ਹੱਥ ਹੋਏ ਤਬ ਸੋ ਸੁਕਾਏ। ਪਰ ਪਾਣੀ ਦਾ ਮਾਰਿਆ ਹਰਿਆ ਨਹੀਂ ਹੁੰਦਾ। ਸੋਕੇ ਦਾ ਮਾਰਿਆ ਤਾਂ ਹਰਿਆ ਹੋ ਜਾਂਦਾ ਹੈ ਭਾਈ ਲੱਦਾ ਜੀ, ਪਰ ਜਿਹਨੂੰ ਪਾਣੀ ਸੁਕਾ ਦੇਵੇ ਉਹਨੂੰ ਕੋਈ ਚੀਜ਼ ਵੀ ਹਰਿਆ ਨਹੀਂ ਕਰ ਸਕਦੀ ਹੈ। ਕਾਬ ਸੁਗਮ ਲਾਗੇ ਹੋਏ ਜੀਵਨ। ਜੇ ਕੋਈ ਸਾਹਮਣਿਓਂ ਫੱਟ ਮਾਰ ਦੇਵੇ ਸੂਰਮੇ ਦੇ ਜੰਗ ਦੇ ਮੈਦਾਨ ਵਿੱਚ, ਜਿੱਡਾ ਮਰਜ਼ੀ ਡੂੰਘਾ ਫੱਟ ਲੱਗ ਜਾਵੇ, ਛੋਟਾ ਵੱਡਾ, ਉਹ ਔਸ਼ਧੀ ਦਵਾਈ ਦੇ ਨਾਲ ਕਦੇ ਨਾ ਕਦੇ ਰਾਸ ਆ ਜਾਂਦਾ, ਬੰਦਾ ਬਚ ਜਾਂਦਾ ਹੈ। ਛਾਲ ਤੇ ਬਚ ਹੈ ਨਾ ਪ੍ਰਾਨ ਨਸਾਏ। ਪਰ ਕੋਈ ਧੋਖੇ ਨਾਲ ਮਾਰੇ ਜ਼ਹਿਰਾਤ ਦੇ ਕੇ ਉਹਦਾ ਕੋਈ ਇਲਾਜ ਨਹੀਂ, ਪ੍ਰਾਣ ਨਿਕਲ ਜਾਂਦੇ ਐ, ਜਾਨ ਨਹੀਂ ਬਚ ਸਕਦੀ। ਵੀ ਸਾਹਮਣਿਓਂ ਮਾਰੇ ਦਾ ਇਲਾਜ ਹੈ, ਪਰ ਧੋਖੇ ਨਾਲ ਮਾਰੇ ਦਾ ਕੋਈ ਇਲਾਜ ਨਹੀਂ ਹੁੰਦਾ। ਸਿੱਖ ਸੰਗਤ ਕੋ ਏਮ ਸੁਨਾਇ ਕਰ। ਭਾਵ ਮਹਾਰਾਜ ਦਾ ਵੀ ਉਹੀ ਹੈ ਵੀ ਗੁਰੂ ਮਾਰ ਦੇਵੇ ਸਿੱਖ ਰੱਖ ਲੈਂਦਾ, ਸੋਕੇ ਦਾ ਪਾਣੀ ਰੱਖ ਲੈਂਦਾ, ਪਰ ਪਾਣੀ ਦਾ ਮਾਰਿਆ ਨਹੀਂ ਕੋਈ ਰੱਖ ਸਕਦਾ ਗਾ। ਗੁਰੂ ਦਾ ਮਾਰਿਆ ਸਿੱਖ ਰੱਖ ਸਕਦੇ ਆ, ਪਰ ਸਿੱਖ ਦਾ ਮਾਰਿਆ ਕੋਈ ਨਹੀਂ ਰੱਖ ਸਕਦਾ। ਗਰੀਬ ਨਵਾਜ ਨੇ ਐਸੇ ਬਚਨ ਕੀਤੇ, ਫਿਰ ਸਾਰੀ ਸੰਗਤ ਨੂੰ ਮਹਾਰਾਜ ਨੇ ਸੁਣਾਉਂਦਿਆਂ ਹੋਇਆਂ ਪਏ ਪ੍ਰੇਮ ਬਾਸ ਕਹਿਓ ਨਾ ਜਾਏ। ਤੇ ਮਹਾਰਾਜ ਪ੍ਰੇਮ ਦੇ ਵਸ ਹੋ ਗਏ। ਨੇਤਰਾਂ ਚੋਂ ਜਲ ਚੱਲ ਪਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਕਵੀ ਜੀ ਕਹਿੰਦੇ ਫਿਰ ਮਹਾਰਾਜ ਦਾ ਕੰਠ ਰੁਕ ਗਿਆ। ਇਸ ਤੋਂ ਅੱਗੇ ਸਤਿਗੁਰਾਂ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਹੈ। ਪਠੇ ਦਾਸ ਖਾਰ ਤੇ ਉਤਰਾਇਆ। ਮਹਾਰਾਜ ਨੇ 5 ਸਿੱਖਾਂ ਨੂੰ ਭੇਜ ਕੇ ਭਾਈ ਲੱਦਾ ਜੀ ਨੂੰ ਗਧੇ ਤੋਂ ਹੇਠਾਂ ਉਤਰਵਾਇਆ ਹੈ। ਪੁਨ ਇਸ਼ਨਾਨ ਨਿਕੇ ਕਰਵਾਏ। ਫਿਰ ਚੰਗੀ ਤਰ੍ਹਾਂ ਭਾਈ ਲੱਦਾ ਜੀ ਦਾ ਇਸ਼ਨਾਨ ਪਾਣ ਕਰਵਾਇਆ। ਪਟ ਪਹਿਰਾਏ ਨਿਕਟ ਤਬ ਆਇਓ। ਫਿਰ ਸੋਹਣੇ ਵਸਤਰ ਪਹਿਨਾਉਣਾ ਕੀਤੇ। ਸੋਹਣੇ ਵਸਤਰ ਪਹਿਨਾ ਕੇ ਮਹਾਰਾਜ ਦੀ ਹਜ਼ੂਰੀ 'ਚ ਸਿੱਖ ਲੈ ਕੇ ਆਏ ਆ। ਗੁਰ ਪਾਗ ਪੰਕਜ ਰਹਿ ਲਪਟਾਏ। ਇਹ ਭਾਈ ਲੱਦਾ ਜੀ ਸਤਿਗੁਰਾਂ ਨੂੰ ਬੰਦਨਾ ਕਰਦੇ ਆ ਚਰਨਾਂ ਤੇ, ਫਿਰ ਉੱਠਦੇ ਨਹੀਂ। ਗਰੀਬ ਨਵਾਜ ਦੇ ਚਰਨਾਂ ਦੇ ਨਾਲ ਐਨ ਲਪਟੇ ਹੋਏ ਹਨ। ਬੂਝਿਓ ਕਹਾ ਲੱਧਾ ਕਿਸ ਕਾਰਨ। ਤੇ ਗਰੀਬ ਨਵਾਜ ਪੁੱਛਦੇ ਹੋ ਭਾਈ ਲੱਦਾ ਜੀ ਸਾਨੂੰ ਦੱਸੋ ਤਾਂ ਸਹੀ ਤੁਸੀਂ ਕਿਸ ਵਾਸਤੇ ਇਹੋ ਆਨ ਬਨ ਤਨ ਵੇਖ ਬਨਾਏ। ਕਿਉਂ ਮੂੰਹ ਕਾਲਾ ਕੀਤਾ, ਕਿਉਂ ਤੁਸੀਂ ਗਧੇ ਤੇ ਚੜੇ ਹੋ, ਕਿਸ ਕਾਰਨ ਵਾਸਤੇ ਢੋਲੀ ਅੱਗੇ ਲਾਇਆ ਤਮਾਸ਼ਾ ਬਣੇ ਹੋ। ਤੁਮ ਅੰਤਰਯਾਮੀ ਸਭ ਜਾਨੋ। ਭਾਈ ਲੱਦਾ ਜੀ ਕਹਿੰਦੇ ਮਹਾਰਾਜ ਤੁਸੀਂ ਅੰਤਰਜਾਮੀ ਸੱਚੇ ਪਾਤਸ਼ਾਹ
ਸਭ ਸੰਸਾਰ ਦੇ ਮਨਾਂ ਦੀਆਂ ਜਾਣਦੇ, ਮੇਰੀ ਵੀ ਜਾਣਦੇ ਹੋ। ਛਪੀ ਬਾਰਤਾ ਜਗ ਨਹਿ ਕੋਏ, ਜਗ ਵਿੱਚੋਂ ਇਹ ਗੱਲ ਕਿਤੇ ਲੁਕੀ ਛੁਪੀ ਨਹੀਂ ਹੈ। ਆਗੇ ਆਮਾਨ ਤਉ ਮੈਂ ਪਾਖੋਂ, ਮਹਾਰਾਜ ਮੈਂ ਜੋ ਕੀਤਾ ਹੈ ਤੁਹਾਡੀ ਆਗਿਆ ਮੰਨ ਕੇ ਕੀਤਾ ਹੈ। ਹੋਤੇ ਆਪ ਕੇ ਬਾਚ ਕੀਏ ਸੋਏ, ਜੋ ਆਪ ਜੀ ਦੇ ਬਚਨ ਪਹਿਲਾਂ ਹੋਏ ਹੋਏ ਸੀ ਮਹਾਰਾਜ, ਮੈਂ ਉਹੀ ਪੂਰੇ ਕੀਤੇ ਨੇ। ਕਰ ਹੈ ਅਰਜ ਤੇ ਸਗਧੇ ਚੜਾਵੈ, ਮਹਾਰਾਜ ਕਹਿੰਦੇ ਇਹੋ ਜਿਹੇ ਬਚਨ ਸਾਡੇ ਕਿਹੜੇ, ਪੁੱਛਦੇ ਜਾਣ ਬੁੱਝ ਮਹਾਰਾਜ। ਭਾਈ ਲੱਦਾ ਜੀ ਕਹਿੰਦੇ ਮਹਾਰਾਜ ਤੁਸਾਂ ਹੀ ਆਖਿਆ ਸੀ ਰਾਏ ਸੱਤੇ ਬਲਵੰਡ ਦੀ ਜਿਹੜੀ ਕੋਈ ਸਿਫਾਰਿਸ਼ ਕਰਨ ਆਵੇਗਾ ਉਹ ਗਧੇ ਤੇ ਚੜਾਇਆ ਜਾਵੇਗਾ। ਮੁਖ ਕਾਰੋ ਠਾਨੈ ਹੈ ਪੇਖ ਲੋਏ, ਸਭ ਸੰਸਾਰ ਵੇਖੇਗਾ ਉਹਦਾ ਮੂੰਹ ਕਾਲਾ ਕਰਕੇ ਭਾਵਾਂਗੇ। ਮੁੰਡ ਮੁੰਡਾਏ ਸਜਾਏ ਦੇਹ ਆਸ, ਹਾਂ ਇਹੋ ਜੀ ਸਜ਼ਾ ਮੂੰਹ ਸਿਰ ਮੁਨਾ ਕੇ ਮੂੰਹ ਕਾਲਾ ਕਰਕੇ ਗਧੇ ਤੇ ਚੜਾਉਣ ਦੀ ਦੇਵਾਂਗੇ, ਜੁੜਾ ਇਹਨਾਂ ਦੀ ਸਿਫਾਰਿਸ਼ ਕਰਨ ਵਾਸਤੇ ਆਵੇਗਾ। ਜਾਂ ਤੇ ਨ ਸੰਗੀ ਨਹਿ ਹੋਏ, ਇਸ ਕਰਕੇ ਕੋਈ ਵੀ ਸਿੱਖ ਸੱਤੇ ਤੇ ਬਲਵੰਡ ਦਾ ਸੰਗਤੀਆ ਨਾ ਬਣੇ, ਇਹਨਾਂ ਦਾ ਸਿਫਾਰਿਸ਼ ਸੰਗ ਨਾ ਕਰੇ, ਮੇਲ ਮਿਲਾਪ ਨਾ ਕਰੇ। ਮੈਂ ਰਾਬਰ ਕੇ ਬਚਨ ਕਮਾਏ, ਪਰ ਮਹਾਰਾਜ ਮੈਂ ਇਹਨਾਂ ਦੀ ਸਿਫਾਰਿਸ਼ ਲੈ ਕੇ ਆਇਆ, ਉਹਦੇ ਵਾਸਤੇ ਪਹਿਲਾਂ ਮਹਾਰਾਜ ਮੈਂ ਤੁਹਾਡੇ ਬਚਨ ਕਮਾਉਣਾ ਕੀਤੇ ਹੈ। ਪੂਰਬ ਕਾਰ ਕੋ ਬੇਖ ਫਿਰ ਆਏ, ਹਾਂ ਮਹਾਰਾਜ ਪਹਿਲਾਂ ਮੈਂ ਕੰਮ ਪੂਰਾ ਕੀਤਾ, ਬਚਨ ਪੂਰੇ ਕਰਕੇ ਫਿਰ ਤੁਹਾਡੇ ਪਾਸ ਆਇਆ ਹਾਂ। ਅਰਜ ਕਰਾਂ ਪਛਾਤ ਕਿਰਪਾ ਨਿਧ, ਉਹ ਭੈੜਾ ਜਿਹਾ ਭੇਖ ਬਣਾ ਕੇ ਮਹਾਰਾਜ ਆਇਆ ਤੇ ਗਰੀਬ ਨਵਾਜ ਮੈਂ ਪਹਿਲਾਂ ਤੁਹਾਡਾ ਬਚਨ ਪੂਰਾ ਕੀਤਾ ਹੈ, ਹੁਣ ਸਤਿਗੁਰੂ ਜੀ ਪਿੱਛੋਂ ਤੁਹਾਡੇ ਤਾਈਂ ਮੈਂ ਬੇਨਤੀ ਕਰਦਾ ਹਾਂ, ਕਿਰਪਾ ਦੇ ਖਜ਼ਾਨਾ ਜੀ। ਸੁਨਹਾ ਗੁਰੂ ਬਖਸ਼ਿੰਦ ਸੁਭਾਏ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਤੁਹਾਡਾ ਸੁਭਾਅ ਹੈ ਮਹਾਰਾਜ ਜੀ, ਆਪ ਜੀ ਸਭ ਨੂੰ ਬਖਸ਼ਿਸ਼ਾਂ ਦੇਣ ਵਾਲੇ ਹੋ, ਸਭ ਨੂੰ ਬਖਸ਼ਣ ਵਾਲੇ ਹੋ। ਸੱਤਾ ਆਰ ਬਲਵੰਡ ਦੁਖਿਤ ਆਤ, ਮਹਾਰਾਜ ਤੁਹਾਡੇ ਘਰ ਦੇ ਸਿੱਖ ਤੁਹਾਥੋਂ ਟੁੱਟੇ ਹੋਏ ਹੰਕਾਰੀ ਹੋ ਕਰਕੇ ਸੱਤਾ ਜੀ ਤੇ ਬਲਵੰਡ ਜੀ ਬੜੇ ਦੁਖੀ ਹਨ। ਚੇਤ ਕੋ ਗਰਭ ਗਇਓ ਬਿਨ ਸਾਏ, ਮਹਾਰਾਜ ਹੁਣ ਉਹਨਾਂ ਦੇ ਹੰਕਾਰ ਅੰਦਰ ਨਹੀਂ ਰਿਹਾ ਸੱਚੇ ਪਾਤਸ਼ਾਹ, ਕੋੜੀ ਹੋ ਕੇ ਤੇ ਦਰ ਦਰ ਮੰਗਦੇ ਫਿਰਦੇ, ਮਹਾਰਾਜ ਬੜੇ ਦੁਖੀ ਹਨ। ਭਏ ਰੰਕ ਰੋਗੀ ਬਹ ਆਤੁਰ ਹੋਤ, ਮਹਾਰਾਜ ਘਰ ਵਿੱਚ ਮਾਇਆ ਨਹੀਂ ਰਹੀ, ਨੰਗ ਮਲੰਗ ਹੋ ਗਏ ਐ, ਰੋਟੀ ਪਾਣੀ ਵੀ ਨਹੀਂ ਮਿਲਦਾ, ਮੰਗਦੇ ਗਲੀਆਂ ਵਿੱਚੋਂ, ਤੇ ਕੋੜ ਦੇ ਕਾਰਨ ਸਰੀਰ ਚੋਂ ਬਦਬੂ ਆਉਂਦੀ ਹੈ, ਰੇਸ਼ਾ ਪੈ ਗਿਆ ਤੇ ਮਹਾਰਾਜ ਖੂਨ ਰਿਸਦਾ ਹੈ, ਚਮੜੀ ਝੜ ਰਹੀ ਹੈ। ਦੀਨ ਹੋਏ ਜਿਸ ਕਿਸ ਪਹਿ ਜਾਏ, ਤੇ ਮਹਾਰਾਜ ਕਦੇ ਕਿਸੇ ਦੀਆਂ ਮਿੰਨਤਾਂ ਕਰਦੇ ਫਿਰਦੇ ਐ, ਕਦੇ ਕਿਸੇ ਦੀਆਂ ਮਿੰਨਤਾਂ ਕਰਦੇ ਹਨ। ਭੂਲ ਛਿਮਾ ਪਾਨ ਕਰਹਾ ਗੁਰੂ ਜੀ, ਇਹ ਗਰੀਬ ਨਵਾਜ ਆਪਣੇ ਜਾਣ ਕੇ ਮਹਾਰਾਜ ਜੀ ਰਾਏ ਸੱਤਾ ਰਾਏ ਬਲਵੰਡ ਜੀ ਦੀ ਕੀਤੀ ਹੋਈ ਭੁੱਲ ਨੂੰ ਬਖਸ਼ ਦਿਓ ਜੀ। ਨਿਜ ਭਾਗ ਪੰਕਜ ਲੈ ਹੋ ਮਿਲਾਏ, ਮਹਾਰਾਜ ਮੈਂ ਬੇਨਤੀ ਲੈ ਕੇ ਆਇਆ, ਆਪ ਉਹਨਾਂ ਦੋਵਾਂ ਸਿੱਖਾਂ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਲਾ ਲਵੋ। ਸ਼੍ਰੀ ਗੁਰ ਅਰਜਨ ਸਭ ਸਭਾ ਸਹਿਤ, ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਰਹੇ ਹੈ, ਸਾਰੀ ਸਭਾ ਸਿੱਖਾਂ ਦੀ ਵੀ ਭਾਈ ਲੱਦਾ ਜੀ ਦੀ ਬੇਨਤੀ ਸੁਣ ਰਹੀ ਹੈ। ਤਬ ਉਪਕਾਰੀ ਵੱਡ ਲਖਿਓ ਸੁਭਾਏ, ਸੰਗਤ ਨੇ ਖਾਲਸਾ ਜੀ ਤੇ ਸਤਿਗੁਰਾਂ ਨੇ ਭਾਈ ਲੱਦਾ ਜੀ ਦਾ ਬੜਾ ਵੱਡਾ ਪਰਉਪਕਾਰੀ ਸੁਭਾਅ ਜਾਣਿਆ ਹੈ, ਵੀ ਇਹ ਬੜੇ ਵੱਡੇ ਪਰਉਪਕਾਰੀ ਸਿੱਖ ਹੈ। ਇਹ ਤੋ ਖੇਦ ਕਿਉ ਪ੍ਰਾਪਤ ਹੋਵਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਲੱਦਾ ਜੀ ਜੇ ਤੁਸੀਂ ਸਿਫਾਰਿਸ਼ ਹੀ ਲੈ ਕੇ ਆਉਣੀ ਸੀ ਤੇ ਇੰਨਾ ਦੁੱਖ ਤੁਸਾਂ ਕਿਉਂ ਪ੍ਰਾਪਤ ਕੀਤਾ ਹੈ। ਜੇ ਹਮ ਕੋ ਤੂੰ ਕਹਿਤ ਬਨਾਏ, ਜੇ ਤੁਸੀਂ ਨਾ ਵੀ ਗਧੇ ਤੇ ਚੜ ਕੇ ਆਉਂਦੇ, ਮੂੰਹ ਕਾਲਾ ਕਰਕੇ ਆਉਂਦੇ, ਜੇ ਉਸ ਤਰ੍ਹਾਂ ਹੀ ਤੁਸੀਂ ਆ ਕੇ ਸਾਨੂੰ ਕਹਿ ਦਿੰਦੇ ਤਾਂ ਬਖਸ਼ ਲੇਤ ਤਬ ਬਾਕਨ ਤੇ ਹਮ, ਵੀ ਅਸੀਂ ਹੁਣ ਤੁਹਾਨੂੰ ਗਧੇ ਤੇ ਚੜਾਉਂਦੇ ਭਲਾ ਸਿੱਖ ਨੂੰ। ਮਹਾਰਾਜ ਕਹਿੰਦੇ ਅਸੀਂ ਬਚਨ ਜ਼ਰੂਰ ਕੀਤਾ ਹੈ, ਪਰ ਇਹ ਭਾਈ ਲੱਦਾ ਜੀ ਜੇ ਤੁਹਾਡੇ ਵਰਗੇ ਗੁਰਮੁਖ ਸਿੱਧੇ ਵੀ ਆ ਜਾਂਦੇ, ਨਾ ਗਧੇ ਤੇ ਚੜ੍ਹ ਕੇ ਆਉਂਦੇ, ਭਲਾ ਅਸੀਂ ਤੁਹਾਨੂੰ ਗਧੇ ਤੇ ਚੜਾਉਂਦੇ। ਤੁਹਾਡਾ ਬਚਨ ਅਸੀਂ ਕਿਹਾ ਉੱਦਾਂ ਹੀ ਮੰਨ ਲੈਣਾ ਸੀ, ਜੇ ਤੁਸੀਂ ਇਸ ਤਰ੍ਹਾਂ ਨਾ ਵੀ ਆਉਂਦੇ
ਤੁਹਾਡੇ ਕਹੇ ਤੇ ਅਸੀਂ ਸੱਤੇ ਬਲਵੰਡੇ ਨੂੰ ਬਖਸ਼ ਦਿੰਦੇ। ਬਿਨ ਹੰਕਾਰ ਭਏ ਲੱਖ ਪਾਏ। ਕਿਉਂਕਿ ਜਦੋਂ ਦੇਸੀ ਗਿਆ ਵੀ ਹੰਕਾਰ ਤੋਂ ਰਹਿਤ ਕਰਨਾ ਸੀ, ਵੀ ਸਾਡਾ ਕੋਈ ਇਹਨਾਂ ਦੇ ਨਾਲ ਵੈਰ ਥੋੜ੍ਹੀ ਆ ਮਹਾਰਾਜ ਕਹਿੰਦੇ, ਪਰ ਇਹ ਹੰਕਾਰ ਹੈ ਤਾਂ ਸਾਡੇ ਹੀ ਸਿੱਖ ਹੈ ਨਾ। ਹੰਕਾਰ ਕਰਨਗੇ ਤੇ ਨਰਕਾਂ ਨੂੰ ਜਾਣਗੇ, ਤਾਂ ਵੀ ਸਾਨੂੰ ਹੀ ਇਲਾਜ ਹੈ। ਇਹਨਾਂ ਨੂੰ ਸੁੱਧ ਕਰਨ ਵਾਸਤੇ, ਇਹਨਾਂ ਦੀ ਮੱਤ ਟਿਕਾਣੇ ਲਿਆਉਣ ਵਾਸਤੇ ਅਸੀਂ ਇਹ ਬਚਨ ਕੀਤੇ ਸਨ। ਪਰ ਜੇ ਤੁਸੀਂ ਗਧੇ ਤੇ ਨਾ ਵੀ ਚੜ੍ਹ ਕੇ ਆਉਂਦੇ, ਕੀ ਭਲਾ ਤੁਹਾਨੂੰ ਜਵਾਬ ਦਿੰਦੇ। ਇਹ ਹੰਕਾਰ ਤੋਂ ਰਹਿਤ ਹੋ ਗਏ ਸਨ ਤੇ ਅਸੀਂ ਜ਼ਰੂਰ ਮੇਲ ਲੈਂਦੇ। ਵਿਦਿਆ ਮਦ ਤੇ ਮੂਰਖ ਅੰਧੇ। ਹੋਰ ਗੱਲ ਕੋਈ ਨਹੀਂ ਭਾਈ ਲੱਧਾ ਜੀ, ਇਹ ਵਿਦਿਆ ਦੇ ਪ੍ਰਾਪਤੀ ਹੋਣ ਕਰਕੇ ਮੂਰਖ ਹੰਕਾਰੇ ਗਏ ਸੀ, ਅੰਨੇ ਹੋ ਗਏ ਸੀ ਹੰਕਾਰ ਦੇ ਵਿੱਚ। ਉਚਿਤ ਸਜਾਏ ਦੋਹਨ ਕੋ ਚੀਨਾ। ਤੇ ਅਸੀਂ ਜੋ ਸਾਨੂੰ ਚੰਗੀ ਸਜ਼ਾ ਲੱਗੀ ਵੀ ਇਹਨਾਂ ਦਾ ਭਲਾ ਹੋ ਜਾਵੇ, ਇਹ ਹੰਕਾਰ ਇਹਨਾਂ ਦਾ ਟੁੱਟ ਜਾਵੇ ਤੇ ਫਿਰ ਗੁਰੂ ਕੀ ਵਡਿਆਈ ਗਾਇਆ ਕਰਨ, ਜੋ ਸਾਨੂੰ ਚੰਗਾ ਲੱਗਿਆ ਸੀ। ਕਰੇ ਨਿਕਾਸਣ ਗਰਭ ਹਰਨ ਕੋ। ਅਸੀਂ ਇਥੋਂ ਕੱਢ ਦਿੱਤੇ ਸੀ ਇਹ ਦੋਵੇਂ ਕੀਰਤਨੀਏ, ਕੱਢੇ ਤਾਂ ਆ, ਆਪਦੇ ਤੋਂ ਦੂਰ ਨਹੀਂ ਕੀਤੇ। ਮਾਰੇ ਕਹਿੰਦੇ ਸਾਡਾ ਮਨੋਰਥ ਹੀ ਸੀ ਵੀ ਚਲੋ ਇਹਨਾਂ ਦਾ ਹੰਕਾਰ ਨਾਸ਼ ਹੋ ਜਾਵੇਗਾ, ਗੁਰੂ ਘਰ ਦੀ ਨਿੰਦਿਆ ਕਰਕੇ ਐਵੇਂ ਨਰਕਾਂ ਨੂੰ ਨਾ ਜਾਣਗੇ। ਆਬ ਤੈ ਤਿਨ ਕੀਨ ਰੱਛਿਆ ਕੀਨ। ਪਰ ਹੁਣ ਭਾਈ ਲੱਧਾ ਜੀ ਤੁਸਾਂ ਬੜੀ ਦਇਆ ਕੀਤੀ ਇਹਨਾਂ ਦੋ ਤੇ, ਕੋਈ ਸਿੱਖ ਨਹੀਂ ਆਇਆ ਸਾਡੇ ਪਾਸ। ਤੁਸੀਂ ਵੱਡਾ ਪਰਉਪਕਾਰ ਕੀਤਾ, ਇਹਨਾਂ ਦੀ ਰੱਖਿਆ ਕੀਤੀ ਹੈ। ਲੇਹੋ ਬੁਲਾਏ ਉਬਾਰੋ ਦੁਖ ਤੇ। ਕੋਈ ਨਹੀਂ, ਜਾਓ ਲਿਆਓ ਬੁਲਾ ਕੇ, ਉਹਨਾਂ ਦੋ ਨੂੰ ਸੱਦ ਲਓ ਸਾਡੇ ਪਾਸ, ਉਹਨਾਂ ਦੇ ਕਸ਼ਟ ਤੋਂ ਬਚਾ ਦਿਓ, ਕੋੜ ਦਾ ਰੋਗ ਦੂਰ ਕਰਵਾ ਦਿਓ ਜੀ। ਜੇ ਹੰਕਾਰ ਪਇਓ ਔਰਹੀਨ। ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੋਹਾਂ ਦੇ ਹਿਰਦੇ ਚੋਂ ਹੰਕਾਰ ਮਰ ਚੁੱਕਾ ਹੈ, ਜਾਓ ਭਾਈ ਲੱਧਾ ਜੀ ਬੁਲਾ ਕੇ ਲਿਆਓ, ਭੇਜੋ ਉਹਨਾਂ ਦੋਹਾਂ ਨੂੰ ਇੱਥੇ ਸਾਡੇ ਪਾਸ। ਲੋਹ ਪਾਏ ਕਾਰ ਤਪਤ ਅਗਨ ਕੀ। ਮਹਾਰਾਜ ਕਹਿੰਦੇ ਸਾਡਾ ਵੈਰ ਨਹੀਂ ਕੋਈ ਸਿੱਖ ਦੇ ਨਾਲ। ਗਰੀਬ ਨਵਾਜ ਕਹਿੰਦੇ ਗੱਲ ਇੰਨੀ ਹੈ, ਜਿਹੜਾ ਲੋਹਾ ਹੁੰਦਾ ਹੈ ਨਾ, ਉਹਨੂੰ ਅੱਗ ਵਿੱਚ ਸਾੜਿਆ ਜਾਂਦਾ, ਜਦੋਂ ਇਸ ਕਰਕੇ ਨਹੀਂ ਸਾੜਿਆ ਜਾਂਦਾ ਵੀ ਲੋਹਾ ਸੜੇਗਾ, ਮੱਚੇਗਾ, ਦੁੱਖ ਪਾਵੇਗਾ। ਮ੍ਰਿਦ ਤਗ ਹੈ ਸੋ ਲਖਹਾ ਪ੍ਰਬੀਨ। ਇਹ ਸਿਆਣੇ ਭਾਈ ਲੱਧਾ ਜੀ, ਉਹ ਲੋਹਾ ਸਿਰਫ ਇਸ ਕਰਕੇ ਅੱਗ 'ਚ ਸਾੜਿਆ ਜਾਂਦਾ ਤਾਂ ਕਿ ਮ੍ਰਿਦਲਤਾ ਪਾ ਲਵੇ, ਵੀ ਸੌਖਾ ਮੁੜ ਜਾਵੇ, ਸੋਹਣਾ ਸੰਦ ਬਣ ਜਾਵੇ, ਉਹ ਆਪਦੀ ਕਠੋਰਤਾ ਗਵਾ ਦੇਵੇ, ਕੋਮਲ ਬਣ ਜਾਵੇ, ਕੂਲਾ ਹੋ ਜਾਵੇ। ਸਿੱਖਾਂ ਨੂੰ ਅਸੀਂ ਜੇ ਦੁੱਖ ਵੀ ਦਿੰਦੇ ਹਾਂ ਨਾ ਭਾਈ ਲੱਧਾ ਜੀ, ਕੋਈ ਸਜ਼ਾ ਵੀ ਦਿੰਦੇ ਹਾਂ, ਉਹ ਸਜ਼ਾ ਦੇ ਵਿੱਚ ਸਿੱਖ ਦਾ ਹੀ ਭਲਾ ਹੁੰਦਾ। ਜਿਵੇਂ ਲੋਹੇ ਨੂੰ ਤਾਉਣੇ ਆ, ਤੇ ਜੇ ਕੋਈ ਆਖੇ ਵੀ ਲੋਹੇ ਨੂੰ ਤਾਇਆ ਜਾ ਰਿਹਾ, ਦੁੱਖ ਦਿੱਤਾ ਜਾ ਰਿਹਾ, ਜੇ ਤਾਵਾਂਗੇ ਨਾ ਤੇ ਲੋਹੇ ਦਾ ਸੁੰਦਰ ਸਾਜ਼ ਕਿਵੇਂ ਬਣੇਗਾ, ਲੋਹੇ ਦੀ ਕੋਈ ਸੁੰਦਰ ਵਸਤੂ ਕਿਵੇਂ ਬਣੇਗੀ, ਸਿੱਖ ਪੂਰਾ ਸੂਰਾ ਕਿਵੇਂ ਬਣੇਗਾ, ਬ੍ਰਹਮ ਗਿਆਨੀ ਕਿਵੇਂ ਬਣੇਗਾ, ਜੇ ਦੁੱਖ ਰੂਪ ਅੱਗ ਵਿੱਚ ਇਹਨੂੰ ਨਾ ਸਾੜਿਆ ਜਾਵੇ। ਸੋਨਾ ਅੱਗ ਵਿੱਚ ਪੈ ਕੇ ਕੁੰਦਨ ਬਣਦਾ ਹੈ, ਉਸੇ ਤਰ੍ਹਾਂ ਜੇ ਰਵੇ ਤੇ ਫਿਰ ਮੈਲ ਰਹਿੰਦੀ ਸੋਨੇ ਦੇ ਵਿੱਚ, ਨਿਵਰਤੀ ਨਹੀਂ ਹੁੰਦੀ। ਜੇ ਸੋਨਾ ਪੂਰਾ 12 ਵੰਨੀ ਦਾ ਬਣਨਾ ਭਾਈ ਸਾਹਿਬ ਜੀ, ਇਹ ਭਾਈ ਲੱਧਾ ਜੀ ਤੁਸੀਂ ਸਿਆਣੇ ਹੋ, ਤੇ ਉਹਦੇ ਵਾਸਤੇ ਅੱਗ 'ਚ ਪਾਇਆ ਜਾਂਦਾ। ਸਿੱਖ ਨੂੰ ਅਸੀਂ ਸੁੱਧ ਕਰਨ ਵਾਸਤੇ, ਜਦੋਂ ਸਿੱਖ 'ਚ ਕੋਈ ਘਾਟ ਰੜਕਦੀ ਹੈ ਨਾ, ਉਦੋਂ ਫਿਰ ਇਹਨੂੰ ਅਸੀਂ ਦੁੱਖ ਦਿੰਦੇ ਹਾਂ। ਉਹ ਦੁੱਖ ਵਿੱਚ ਹੀ ਸਿੱਖ ਦਾ ਭਲਾ ਹੁੰਦਾ ਹੈ। ਅਸੀਂ ਨਹੀਂ ਚਾਹੁੰਦੇ ਸਿੱਖ ਦੁੱਖ ਭੋਗੇ ਅਗਲੇ ਜਹਾਨ ਵਿੱਚ, ਇਹਦਾ ਜਨਮ ਸਫਲਾ ਹੋਵੇ। ਤੋ ਅੱਗ ਵਿੱਚ ਪਾਉਣ ਨਾਲ ਲੋਹੇ ਨੂੰ ਦੁੱਖ ਨਹੀਂ ਹੁੰਦਾ, ਵੇਖਣ ਨੂੰ ਲੱਗਦਾ ਦੁਖੀ ਹੋ ਰਿਹਾ ਹੈ, ਪਰ ਵਾਸਤੇ ਵਿੱਚ ਮਨੋਰਥ ਹੀ ਹੁੰਦਾ ਵੀ ਲੋਹਾ ਸੋਹਣਾ ਸੁੱਧ ਬਣ ਜਾਵੇ, ਕੋਈ ਸੁੰਦਰ ਵਸਤੂ ਬਣੇ। ਜੇ ਅਸੀਂ ਇਹਨਾਂ ਨੂੰ ਆਪਦੇ ਤੋਂ ਦੂਰ ਕੀਤਾ, ਇਹਨਾਂ ਨੂੰ ਅਸੀਂ ਸਜ਼ਾ ਦਿੱਤੀ, ਜੇ ਕੋੜ ਹੋਇਆ ਤੇ ਭਾਈ ਲੱਧਾ ਜੀ ਅੱਜ ਹੰਕਾਰ ਵੀ ਤਾਂ ਦੂਰ ਹੋਇਆ ਨਾ। ਜੇ ਅਸੀਂ ਉਵੇਂ ਹੀ ਛੱਡ ਦਿੰਦੇ ਇਹਨਾਂ ਨੂੰ, ਇਹਨਾਂ ਨੇ ਕਿਸੇ ਹੋਰ ਦੇ ਅੱਗੇ ਜਾ ਕੇ ਕੀਰਤਨ ਕਰਦੇ ਫਿਰਨਾ ਸੀ, ਗਲੀਆਂ ਵਿੱਚ ਮੰਗਦੇ ਫਿਰਨਾ ਸੀ, ਨਰਕਾਂ ਦੇ ਭਾਗੀ ਬਣਨਾ ਸੀ। ਸਿੱਖ ਹੋ ਕੇ ਜਦੋਂ ਨਰਕ ਜਾਣਗੇ, ਉਦੋਂ ਵੀ ਤਾਂ ਸਾਨੂੰ ਹੀ ਲਾਜ ਹੈ ਨਾ। ਕੀ ਕੋਈ ਆਖੂਗਾ ਵੀ ਗੁਰੂ ਘਰ ਦੇ ਇੰਨਾ ਸਮਾਂ ਕੀਰਤਨ ਕਰਕੇ ਹੁਣ ਨਰਕਾਂ ਨੂੰ ਤੁਰੇ ਫਿਰਦੇ ਹੈ। ਇਸ ਕਰਕੇ ਅਸੀਂ ਜੋ ਕੀਤਾ ਹੈ, ਇਹ ਸੱਤਾ ਬਲਵੰਡ ਦੇ ਭਲੇ ਵਾਸਤੇ ਕੀਤਾ ਹੈ। ਤਬ ਲੱਧੇ ਹਰ ਖਤਨਾਰ ਭੇਜਿਓ। ਉਹ ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਲੱਧਾ ਜੀ ਨੇ ਫਿਰ ਜਿਹੜਾ ਹੈ ਖੁਸ਼ ਹੋਏ ਭਾਈ ਲੱਧਾ ਜੀ, ਤੇ ਇੱਕ ਸਿੱਖ ਭੇਜਿਆ ਹੈ ਉਹਨਾਂ ਦੋਹਾਂ ਨੂੰ ਲੈਣ ਵਾਸਤੇ। ਭਾਈ ਸੱਤਾ ਜੀ ਬਲਵੰਡ ਜੀ ਪਿੱਛੇ ਖੜੇ ਸਨ, ਅੱਗੇ ਨਹੀਂ ਸੀ ਆਏ, ਮਹਾਰਾਜ ਦੇ ਦਰਸ਼ਨਾਂ ਦਾ ਹੁਕਮ ਹੈ ਨਹੀਂ ਸੀ। ਫਿਰ ਇਹ ਦੋਵੇਂ ਸਿੱਖ ਖਾਲਸਾ ਜੀ ਟੁੱਟੇ ਹੋਏ ਮਹਾਰਾਜ ਤੋਂ ਭਾਈ ਲੱਧਾ ਜੀ ਨੇ ਮਹਾਰਾਜ ਦੀ ਚਰਨੀ ਪਾਏ, ਸਤਿਗੁਰਾਂ ਨੇ ਬਖਸ਼ਿਆ। ਫਿਰ ਕਹਿੰਦੇ ਮਹਾਰਾਜ ਕੋੜ ਦੇ ਰੋਗ ਨਾਲ ਬਹੁਤ ਦੁਖੀ ਹਾਂ, ਮਹਾਰਾਜ ਕੋਈ ਕੋਲ ਨਹੀਂ ਬਹਿਣ ਦਿੰਦਾ,
ਸਰੀਰ ਬਹੁਤ ਦੁਖਦਾ ਹੈ ਸੱਚੇ ਪਾਤਸ਼ਾਹ, ਸਭ ਹੱਡ ਗਰਕ ਗਏ ਹੈ, ਸਰੀਰ ਗਰਕ ਚੱਲਿਆ, ਮਹਾਰਾਜ ਜੀ ਕਿਰਪਾ ਕਰਕੇ ਬਚਾ ਲਓ। ਫਿਰ ਮਹਾਰਾਜ ਨੇ ਆਖਿਆ ਸੀ ਵੀ ਇਹਨਾਂ ਨੂੰ ਇਸ਼ਨਾਨ ਕਰਵਾਓ ਦੁੱਖ ਭੰਜਨ ਸਾਹਿਬ ਬੇਰ ਹੇਠਾਂ। ਇਸ਼ਨਾਨ ਕਰਵਾਉਣ ਤੋਂ ਬਾਅਦ ਫਿਰ ਮਹਾਰਾਜ ਨੇ ਜਿਵੇਂ ਵਰਦਾਨ ਦਿੱਤੇ ਇਹਨਾਂ ਨੂੰ ਵੀ ਆਹ ਕਿਰਿਆ ਦੇ ਨਾਲ ਹੀ ਤੁਹਾਡਾ ਭਾਈ, ਜਿਵੇਂ ਨਿੰਦਾ ਕੀਤੀ, ਜਿਹੜੀ ਰਸਨਾ ਨਾਲ ਨਿੰਦਾ ਕਰਕੇ ਕੋੜ ਪੈਦਾ ਹੋਇਆ, ਉਸਤਤੀ ਕਰਕੇ ਰੋਗ ਜਾਣਗੇ। ਨਿੰਦਾ ਨਾਲ ਰੋਗ ਪੈਦਾ ਹੁੰਦੇ ਆ ਤੇ ਸੋਭਾ ਦੇ ਨਾਲ ਰੋਗ ਨਾਸ਼ ਹੁੰਦੇ ਆ। ਸੋਭਾ ਕਰੋ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ। ਫਿਰ ਭਾਈ ਲੱਦਾ ਜੀ ਨੇ ਇਹਨਾਂ ਨੂੰ ਮਹਾਰਾਜ ਨਾਲ ਜੋੜ ਕਰਕੇ ਫਿਰ ਸਾਧ ਸੰਗਤ ਜੀ ਫਿਰ ਮਹਾਰਾਜ ਦੇ ਹਜ਼ੂਰੀ 'ਚ ਬੜਾ ਸਮਾਂ ਕੀਰਤਨ ਕਰਦੇ ਰਹੋ। ਕੁਝ ਪ੍ਰਸੰਗ ਜਿਹੜਾ ਰਹਿੰਦਾ ਉਹ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਇਆ ਕੀਤੀ ਹੈ ਖਾਲਸਾ ਜੀ। ਜੇ ਸਾਨੂੰ ਮਹਾਰਾਜ ਕੋ ਦੁੱਖ ਵੀ ਦਿੰਦੇ ਹੈ ਉਹਦੇ ਵਿੱਚ ਆਪਦਾ ਭਲਾ ਮੰਨੀਏ। ਜਿਵੇਂ ਸਾਡੇ ਬੱਚੇ ਛੋਟੇ ਕੋਈ ਚੀਜ਼ ਮੰਗਦੇ ਹੈ, ਜੇ ਮਾਂ ਪਿਓ ਉਹਨਾਂ ਨੂੰ ਰੋਕਦਾ ਹੈ, ਉਹ ਬੱਚਾ ਜ਼ਰੂਰ ਕਈ ਵਾਰ ਸੋਚਦਾ ਹੁੰਦਾ ਵੀ ਇਹ ਮਾਂ ਪਿਓ ਮੇਰਾ ਦੁਸ਼ਮਣ ਬਣਿਆ ਹੋਇਆ, ਮੈਂ ਆਹ ਚੀਜ਼ ਮੰਗਦਾ ਮੈਨੂੰ ਦਿੰਦਾ ਨਹੀਂ। ਉਹ ਨਹੀਂ ਜਾਣਦਾ ਹੁੰਦਾ, ਪਰ ਮਾਂ ਬਾਪ ਜਾਣਦੇ ਆ ਵੀ ਇਹ ਚੀਜ਼ ਇਹਦੇ ਵਾਸਤੇ ਚੰਗੀ ਨਹੀਂ ਹੈ, ਔਖਾ ਕਰੂਗੀ ਇਹਨੂੰ ਇਹ ਵਸਤੂ। ਪਰ ਬੱਚਾ ਨਹੀਂ ਨਾ, ਬੱਚਾ ਤਾਂ ਸੋਚਦਾ ਵੀ ਮਾਂ ਬਾਪ ਫਲਾਣੇ ਦਾ ਮਾਂ ਬਾਪ ਕਿੱਡਾ ਵਧੀਆ, ਮੇਰਾ ਮਾਂ ਬਾਪ ਦੁਸ਼ਮਣ ਬਣਿਆ ਮੇਰਾ, ਮੈਨੂੰ ਵਸਤੂ ਲੈ ਕੇ ਨਹੀਂ ਦਿੰਦਾ। ਪਰ ਮਾਂ ਬਾਪ ਜਾਣਦਾ ਵੀ ਇਹ ਵਸਤੂ ਵਿੱਚ ਇਹਦਾ ਨੁਕਸਾਨ ਹੋਵੇਗਾ, ਪੁੱਤ ਤਾਂ ਸਾਡਾ ਹੀ ਹੈ। ਇਸ ਕਰਕੇ ਸਾਧ ਸੰਗਤ ਜੀ ਕਈ ਵਾਰੀ ਅਸੀਂ ਸੋਚਦੇ ਕੁਝ ਹਾਂ, ਹੁੰਦਾ ਕੁਝ ਹੋਰ ਹੈ। ਹਰ ਜੀ ਮਾਤਾ ਹਰ ਜੀ ਪਿਤਾ, ਅਸੀਂ ਬੱਚੇ ਹਾਂ, ਪਰਮੇਸ਼ਰ ਮਾਤਾ ਪਿਤਾ ਹੈ। ਅਸੀਂ ਕੋਈ ਚੀਜ਼ ਮੰਗਦੇ ਹਾਂ, ਸਾਨੂੰ ਮਿਲਦੀ ਨਹੀਂ, ਉਹਦੇ 'ਤੇ ਦੁੱਖ ਹੁੰਦਾ ਜ਼ਰੂਰ ਹੈ। ਜਿਵੇਂ ਬੱਚੇ ਨੂੰ ਮਾਂ ਬਾਪ 'ਤੇ ਗੁੱਸਾ ਚੜ੍ਹਦਾ, ਅਸੀਂ ਵੀ ਸੋਚਦੇ ਵੀ ਖਰੇ ਅਸੀਂ ਕੀ ਮਾਂ ਮਾਰੇ ਆ ਰੱਬ ਦੇ, ਵੀ ਇੰਨੇ ਪੁੰਨ ਕਰਦੇ ਹਾਂ, ਮਾੜਾ ਨਹੀਂ ਕੀਤਾ ਕਿਸੇ ਦਾ, ਸਾਨੂੰ ਹੈ ਆਹ ਚੀਜ਼ ਨਹੀਂ ਮਿਲਦੀ, ਸਾਡੇ ਕੋਲ ਆਹ ਸੀ ਇਹ ਵੀ ਹੈ ਨਹੀਂ, ਖੋਹ ਲਿਆ ਪਰਮੇਸ਼ਰ ਨੇ। ਉਹਦਾ ਕਾਰਨ ਇਹੀ ਖਾਲਸਾ ਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਵੇਂ ਇੱਕ ਮਾਂ ਬਾਪ ਪੁੱਤ ਦਾ ਕਦੇ ਮਾੜਾ ਨਹੀਂ ਸੋਚੇਗਾ, ਜਿਹੜੀ ਚੀਜ਼ ਉਹਦਾ ਨੁਕਸਾਨ ਕਰੂ ਉਹਨੂੰ ਕਦੇ ਨਹੀਂ ਦੇਊਗਾ। ਜੇ ਕੋਲ ਵੀ ਕਈ ਵਾਰੀ ਬੱਚਾ ਕੁਝ ਮਿੱਟੀ ਖਾਣ ਲੱਗੇ ਤੇ ਕਿਵੇਂ ਦਵਾ ਦਵਾ ਖੋਹ ਲਈਦੀ, ਉਹ ਰੋਂਦਾ, ਮੇਰਾ ਵੀ ਭੁਚੰਗੀ ਛੋਟਾ ਜਿਹਾ, ਉਹ ਕੋਈ ਵਸਤੂ ਤੋਂ ਖੋਹ ਲਈ ਰੋਂਦਾ, ਉਹਨੂੰ ਇਉਂ ਲੱਗਦਾ ਵੀ ਇਹ ਮੇਰੇ ਤੋਂ ਵਸਤੂ ਖੋਹ ਕੇ ਲੈ ਗਿਆ, ਵੀ ਮੇਰੇ ਨਾਲ ਪ੍ਰੇਮ ਨਹੀਂ ਹੈ, ਵੀ ਮੈਂ ਇਹਦਾ ਹੱਕਦਾਰ ਵੀ ਨਹੀਂ ਵਸਤੂ ਦਾ। ਗੁੱਸਾ ਆਉਂਦਾ ਉਹਦੇ ਮਨ ਵਿੱਚ। ਪਰ ਆਪਾਂ ਜਾਣਦੇ ਹੁੰਦੇ ਹਾਂ ਵੀ ਉਹਦੇ ਵਾਸਤੇ ਚੰਗੀ ਚੀਜ਼ ਨਹੀਂ, ਜੇ ਕੁਝ ਐਸੀ ਵੈਸੀ ਵਸਤੂ ਖਾਏਗਾ ਬਿਮਾਰ ਹੋਵੇਗਾ। ਇਸ ਤਰ੍ਹਾਂ ਪਰਮੇਸ਼ਰ ਜਾਣਦਾ ਖਾਲਸਾ ਜੀ ਸਾਡੇ ਵਾਸਤੇ ਕੀ ਚੰਗਾ ਹੈ ਕੀ ਮਾੜਾ ਹੈ। ਜੇ ਸਾਨੂੰ ਕੁਝ ਦਿੰਦਾ ਉਹਦੇ ਵਿੱਚ ਭਲਾ ਹੈ, ਜੋ ਸਾਨੂੰ ਨਹੀਂ ਦਿੰਦਾ ਉਹਦੇ ਵਿੱਚ ਉਦੋਂ ਵੱਡਾ ਭਲਾ ਹੈ। ਤੋ ਇਸ ਕਰਕੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਤੋਂ ਇਹ ਸਿੱਖਿਆ ਮਿਲਦੀ। ਜਿਵੇਂ ਮਹਾਰਾਜ ਨੇ ਭਾਈ ਲੱਦਾ ਜੀ ਨੂੰ ਆਖਿਆ ਵੀ ਸਾਡਾ ਵੈਰ ਨਹੀਂ ਸਿੱਖ ਦੇ ਨਾਲ। ਭਾਈ ਲੱਦਾ ਜੀ, ਅੱਗ ਵਿੱਚ ਲੋਹਾ ਤਦੇ ਹੀ ਪਾਇਆ ਜਾਂਦਾ ਜਦੋਂ ਉਹਨੂੰ ਸ਼ੁੱਧ ਕਰਨਾ ਹੁੰਦਾ, ਉਹਦਾ ਕੋਈ ਵਸਤੂ ਬਣਾਉਣੀ ਹੁੰਦੀ ਹੈ। ਇਸ ਕਰਕੇ ਅਸੀਂ ਸਿੱਖਾਂ ਨਾਲ ਸਾਡਾ ਕੋਈ ਵੈਰ ਨਹੀਂ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਇਹਨਾਂ ਨੂੰ ਟਿਕਾਣੇ ਲਿਆਉਣ ਵਾਸਤੇ, ਆਪਦੇ ਚਰਨਾਂ ਨਾਲ ਲਾ ਕੇ ਰੱਖਣ ਵਾਸਤੇ ਅਸੀਂ ਸਾਰਾ ਕੁਝ ਕਰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਲੇਹੋ ਬੁਲਾਏ ਉਬਾਰੋ ਦੁਖ ਤੇ, ਜੇ ਹੰਕਾਰ ਪਇਓ ਔਰਹੀਨ। ਲੋਹ ਪਾਏ ਕਾਰ ਤਪਤ ਅਗਨ ਕੀ, ਮ੍ਰਿਦ ਤਗਹ ਸੋ ਲਖਾ ਪ੍ਰਬੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।